ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ੍ਰੀ ਗੁਰ ਰਾਮਦਾਸ ਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਜੀ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁੱਧ ਸੁਮਤ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕੀਰਤ ਪੁਰ ਤੇ ਸਤਿਗੁਰੂ ਪ੍ਰਥਮ ਸਿਵਰ ਕੋ ਕੀਨ ਨਿਸਾ ਬਸੇ ਬਿਸਰਾਮ ਕੈ ਪੁਨ ਪ੍ਰਭਾਤ ਕੋ ਚੀਨ। ਕੀਰਤ ਪੁਰ ਤੇ ਸਤਿਗੁਰੂ ਪ੍ਰਥਮ ਸਿਵਰ ਕੋ ਕੀਨ ਨਿਸਾ ਬਸੇ ਬਿਸਰਾਮ ਕੈ ਪੁਨ ਪ੍ਰਭਾਤ ਕੋ ਚੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਦਇਆ ਦੇ ਨਿਰਾਮਤਾਂ ਦੇ ਖਜ਼ਾਨੇ ਸ਼ਬਦ ਅਵਤਾਰ ਨਿਹਚਲ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੁੰਦਰ ਸੰਧਿਆ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੇ ਭਰ ਕਰਕੇ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਜੀ ਕੇ ਜੋ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਤੋਂ ਅਖੰਡ ਜਾਪ ਚੱਲ ਰਹੇ ਹਨ। ਆਪਾਂ ਰਲ ਮਿਲ ਕਰਕੇ ਪਾਵਨ ਗੁਰਬਾਣੀ ਸਰਵਣ ਕਰ ਰਹੇ ਹਾਂ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ।
ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ 8ਵੇਂ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਸਤਿਗੁਰਾਂ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਕਥਾ ਪਿਛਲੇ ਸਮੇਂ ਤੋਂ ਆਪਾਂ ਰਲ ਮਿਲ ਕਰਕੇ ਲੜੀਵਾਰ ਰੂਪ ਵਿੱਚ ਸ਼ਰਵਣ ਕਰ ਰਹੇ ਹਾਂ। ਜਥਾ ਪ੍ਰਸੰਗ ਸਾਧ ਸੰਗਤ ਜੀ, ਪਿਛਲੇ ਦੀ ਬਾਣ ਵਿੱਚ ਆਪਾਂ ਸ਼ਰਵਣ ਕੀਤਾ ਹੈ ਸੀ ਕਿ ਦਿੱਲੀ ਤੋਂ ਰਾਜਾ ਜੈ ਸਿੰਘ ਦਾ ਜੋ ਦੂਤ ਹੈ ਉਹ ਬਾਲਾ ਪ੍ਰੀਤਮ ਨੂੰ ਦਿੱਲੀ ਜੋ ਸੱਦਾ ਆਇਆ ਹੈ ਉਹਦੀ ਬਾਬਤ ਕਹਿਣ ਵਾਸਤੇ ਇੱਥੇ ਕੀਰਤਪੁਰ ਸਾਹਿਬ ਪਹੁੰਚਾ ਹੈ। ਮਾਤਾ ਜੀ ਅਰ ਮਸੰਦ ਸਿੱਖਾਂ ਸਿਆਣੇ ਸਿੱਖਾਂ ਦੇ ਦਰਮਿਆਨ ਸਾਰੀ ਗੱਲਬਾਤ ਹੋਈ ਅਤੇ ਨਿਰਣਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇਹ ਕੀਤਾ ਕਿ ਅਸੀਂ ਦਿੱਲੀ ਜਾਵਾਂਗੇ ਔਰ ਪਰਨ ਆਪਦਾ ਵੀ ਨਿਭਾਵਾਂਗੇ ਵੀ ਨਾ ਔਰੰਗਜ਼ੇਬ ਦੇ ਦਰਸ਼ਨ ਲੈਣੇ ਅਤੇ ਨਾ ਔਰੰਗਜ਼ੇਬ ਨੂੰ ਦਰਸ਼ਨ ਦੇਣੇ ਆ। ਸਤਿਗੁਰਾਂ ਹਾਂ ਕਰ ਦਿੱਤੀ ਦਿੱਲੀ ਜਾਣ ਵਾਸਤੇ। ਜਿਹੜਾ ਦੂਤ ਹੈ ਬੜਾ ਪ੍ਰਸੰਨ ਹੋਇਆ। ਨਾਲ ਮਹਾਰਾਜ ਨੇ ਵੀ ਥੋੜ੍ਹੀ ਤਕੀਦ ਕਰ ਦਿੱਤੀ ਵੀ ਰਾਜੇ ਜੈ ਸਿੰਘ ਨੂੰ ਇਹ ਆਖਣਾ ਚਿੱਠੀ ਹੁਣੇ ਹੀ ਲਿਖ ਦਿਓ ਵੀ ਜਦੋਂ ਅਸੀਂ ਦਿੱਲੀ ਪਹੁੰਚੇ ਸਾਨੂੰ ਰਾਜਾ ਜੈ ਸਿੰਘ ਮਿਲੇਗਾ, ਸਾਡੇ ਕੋਲ ਔਰੰਗਜ਼ੇਬ ਦਾ ਕੋਈ ਜ਼ਿਕਰ ਨਾ ਕਰੇ, ਕਿਉਂਕਿ ਜੋ ਕੰਮ ਹੋਣਾ ਹੀ ਨਹੀਂ ਉਹਦੇ ਬਾਬਤ ਗੱਲ ਨਾ ਕੀਤੀ ਜਾਏ ਤੇ ਚੰਗਾ। ਉਹ ਮਹਾਰਾਜ ਦਾ ਬਚਨ ਮੰਨ ਕੇ ਅਤੇ ਪਰਸ਼ੁਰਾਮ ਨਾਮ ਦੇ ਸਦੂਤ ਨੇ ਆਪਣੇ ਮਾਲਕ ਜੈ ਸਿੰਘ ਰਾਜੇ ਨੂੰ ਚਿੱਠੀ ਲਿਖ ਕੇ ਜਾਣੂ ਕਰਵਾ ਦਿੱਤਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ ਮੰਨ ਗਏ ਹੈ ਅਤੇ ਉਹ ਕੀਰਤਪੁਰ ਸਾਹਿਬ ਤੋਂ ਬਹੁਤ ਜਲਦ ਦਿੱਲੀ ਨੂੰ ਚਾਲਾ ਪਾਉਣਗੇ। ਇੱਧਰ ਰਾਜਾ ਜੈ ਸਿੰਘ ਦੇ ਅੰਦਰ ਖੁਸ਼ੀ ਦੀ ਹੱਦ ਨਾ ਰਹੀ, ਬਹੁਤ ਪ੍ਰਸੰਨ ਹੋਇਆ। ਮਨ ਦੀ ਇੱਛਾ ਕਾਮਨਾ ਭਾਵਨਾ ਪੂਰੀ ਕਰਨ ਵਾਸਤੇ ਬਾਲਾ ਪ੍ਰੀਤਮ ਦਿੱਲੀ ਪਹੁੰਚ ਰਹੇ ਹਨ। ਇਹਦੇ ਮਨ ਵਿੱਚ ਦਿਨ ਰਾਤ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਲਾਲਸਾ ਲੱਗ ਚੁੱਕੀ ਹੈ। ਉਧਰ ਸਾਧ ਸੰਗਤ ਜੀ ਸਤਿਗੁਰਾਂ ਤਿਆਰੇ ਕਰਨੇ ਆਰੰਭ ਕਰ ਦਿੱਤੇ। ਗੱਡੇ ਰਥ ਆਦਿਕ ਆ ਗਏ, ਉਹਨਾਂ ਉੱਪਰ ਸਮਾਨ ਲੱਦਣ ਲੱਗੇ। ਜਦੋਂ ਮਹਾਰਾਜ ਤੁਰਨ ਲੱਗਦੇ ਅਤੇ ਕੋਈ ਸਿੱਖ ਸੰਗਤਾਂ ਆ ਜਾਂਦੀਆਂ ਮਹਾਰਾਜ ਦੇ ਦਰਸ਼ਨ ਕਰਨ, ਉਹ ਸਾਰਾ ਦਿਨ ਦਰਸ਼ਨਾਂ ਵਿੱਚ ਅਤੇ ਸੰਗਤ ਨਾਲ ਬਚਨ ਬਿਲਾਸ ਕਰਦਿਆਂ ਲੰਘ ਜਾਂਦਾ ਹੈ। ਸ਼ਾਮ ਪੈ ਜਾਂਦੀ, ਮਹਾਰਾਜ ਕਹਿੰਦੇ ਚੰਗਾ ਹੁਣ ਦੂਤ ਜੀ ਕੱਲ੍ਹ ਨੂੰ ਚੱਲਾਂਗੇ। ਅਗਲਾ ਦਿਨ ਚੜ੍ਹਦਾ ਹੈ ਅਤੇ ਫਿਰ ਕੋਈ ਨਾ ਕੋਈ ਕਿਸੇ ਪਾਸਿਓਂ ਸਿੱਖ ਆ ਜਾਂਦਾ ਅਰਦਾਸ ਕਰਨ ਕਿ ਮਹਾਰਾਜ ਮੁਲਤਾਨ ਤੋਂ ਜਾਂ ਕਾਬਲ ਤੋਂ ਮਹਾਰਾਜ ਇੱਧਰੋਂ ਫਲਾਣੀ ਥਾਂ ਤੋਂ ਸੰਗਤ ਪਹੁੰਚ ਰਹੀ ਹੈ, 10 ਕੋ ਆ ਗਈ ਹੈ, ਕੋਈ ਕਹਿੰਦਾ 20 ਕੋ ਆ ਗਈ ਹੈ, ਕੋਈ 25 ਕੋ ਵੀ ਮਹਾਰਾਜ ਆਪ ਜੀ ਨੇ ਪੁਣਾ ਦਿੱਲੀ ਚੱਲ ਜਾਣਾ, ਆਪ ਜੀ ਇੱਕ ਦਿਨ ਹੋਰ ਰੁਕ ਜਾਓ ਅਤੇ ਉਹ ਸੰਗਤਾਂ ਦਰਸ਼ਨ ਕਰ ਲੈਣਗੀਆਂ। ਇਸ ਤਰ੍ਹਾਂ ਖਾਲਸਾ ਜੀ ਉਹ ਦਿਨ ਬਹੁਤ ਲੰਘ ਗਏ ਸਨ। ਮਹਾਰਾਜ ਦਿੱਲੀ ਜਾਂਦਿਆਂ ਜਾਂਦਿਆਂ ਹੀ ਸੰਗਤਾਂ ਰੋਕ ਲੈਂਦੀਆਂ ਵੀ ਨਹੀਂ ਮਹਾਰਾਜ ਇੱਕ ਦਿਨ ਹੋਰ ਰੁਕ ਜਾਓ, ਸਾਨੂੰ ਦਰਸ਼ਨ ਬਖਸ਼ ਕੇ ਜਾਣਾ। ਇਸ ਤਰ੍ਹਾਂ ਫਿਰ ਸਮਾਂ ਆਏ ਅਤੇ ਫਿਰ ਇੱਕ ਦਿਨ ਸਮਾਂ ਹੈ ਸੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਰਾ ਰਾਜ ਸਾਜ ਸਮੇਟਦੇ ਹੋਏ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਧਿਆਨ ਧਾਰਦਿਆਂ ਅਰਦਾਸ ਕੀਤੀ ਅਤੇ ਚਾਲਾ ਪਾ ਦਿੱਤਾ। ਪਾਤਸ਼ਾਹ ਬਾਲਾ ਪ੍ਰੀਤਮ ਜਾਣਦੇ ਆ ਵੀ ਅਸੀਂ ਪੁਨः ਹੁਣ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਨਹੀਂ ਵਾਪਸ ਆਵਾਂਗੇ ਕਦੇ ਵੀ, ਦਿੱਲੀ ਹੀ ਅਸੀਂ ਜੋਤੀ ਜੋਤ ਸਮਾ ਜਾਣਾ ਹੈ। ਇਸੇ ਲਈ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਐਂ ਮਾਨੋ ਵੀ ਪੱਕੇ ਤੌਰ 'ਤੇ ਕੀਰਤਪੁਰ ਸਾਹਿਬ ਤੋਂ ਅੱਜ ਜਾ ਰਹੇ ਹੈ। ਜਿਵੇਂ ਮਹਾਰਾਜ ਕੀਰਤਪੁਰ ਸਾਹਿਬ ਤੋਂ ਤੁਰੇ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਰਸਤੇ ਵਿੱਚ ਜਿਵੇਂ ਜਿਵੇਂ ਡੇਰੇ ਕੀਤੇ, ਪੜਾਅ ਕੀਤੇ। ਜਿਹੜਾ ਪੰਜੋਖਰਾ ਸਾਹਿਬ ਦਾ ਸਥਾਨ ਆਪ ਸੰਗਤਾਂ ਚੰਡੀਗੜ੍ਹ ਦੇ ਲਾਗੇ ਦਰਸ਼ਨ ਕਰਦੇ ਹੋ, ਉਸ ਸਥਾਨ ਦੇ ਪੰਜੋਖਰਾ ਸਾਹਿਬ ਦਾ ਸਥਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਿਵੇਂ ਸਾਧ ਸੰਗਤ ਜੀ ਪ੍ਰਗਟ ਕੀਤਾ,
ਪੰਜੋਖਰਾ ਸਾਹਿਬ ਦੀ ਕਥਾ ਅੱਜ ਦੇ ਦੀਵਾਨ ਵਿੱਚ ਆਪ ਸਭ ਸੰਗਤਾਂ ਸਰਵਣ ਕਰੋਗੇ। ਚਿੱਤ ਸੁਰਤੀ ਅਰ ਬਿਰਤੀ ਨੂੰ ਇਕਾਗਰ ਕਰਦਿਆਂ ਹੋਇਆਂ ਬਾਲਾ ਪ੍ਰੀਤਮ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਧਿਆਨ ਧਾਰੋ। ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਕੀਰਤਪੁਰ ਤੇ ਸਤਿਗੁਰੂ। ਸਾਧ ਸੰਗਤ ਜੀ, ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਰਾਜਾ ਜੈ ਸਿੰਘ ਦੀ ਬੇਨਤੀ ਮੰਨਦਿਆਂ ਹੋਇਆਂ ਬਾਲਾ ਪ੍ਰੀਤਮ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਰੇ ਆਏ। ਪ੍ਰਥਮ ਸਿਵਰ ਕੋ ਕੀਨ। ਇੱਥੋਂ ਚੱਲਦਿਆਂ ਹੋਇਆਂ ਜਿਹੜਾ ਪਹਿਲਾ ਖਾਲਸਾ ਜੀ ਪੜਾਅ ਕੀਤਾ ਹੈ, ਕੀਰਤਪੁਰ ਸਾਹਿਬ ਤੋਂ ਥੋੜ੍ਹੀ ਦੂਰ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਡੇਰਾ ਪਾ ਲਿਆ। ਰਾਤ ਹੋਣ ਤੋਂ ਪਹਿਲਾਂ ਤੰਬੂ ਲਗਾ ਲਏ ਹਨ। ਨਿਸਾ ਬਸੇ ਬਿਸਰਾਮ ਕੈ। ਤੇ ਇੱਥੇ ਇੱਕ ਰਾਤ ਬਾਲਾ ਪ੍ਰੀਤਮ ਨੇ ਬਤੀਤ ਕੀਤੀ। ਰਾਤ ਹੋਈ ਤੇ ਵਿਸ਼ਰਾਮ ਕੀਤਾ ਹੈ। ਪੁਨ ਪ੍ਰਭਾਤ ਕੋ ਚੀਨ। ਫਿਰ ਜਦੋਂ ਦਿਨ ਚੜ੍ਹਿਆ, ਅੰਮ੍ਰਿਤ ਵੇਲਾ ਹੋਇਆ ਜਾਣ ਕੇ ਪਾਤਸ਼ਾਹ ਨੇ ਚੌਪਈ ਚਲਬੇ ਕਹੋ ਤਿਆਰ ਜਬ ਭਏ। ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ। ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਨੇ ਇਸ਼ਨਾਨ ਪਾਣ ਕਰਦਿਆਂ ਹੋਇਆਂ ਫਿਰ ਤਿਆਰ ਬਰ ਤਿਆਰ ਚੋਲਾ ਪਹਿਨਿਆਂ ਦਮਾਲਾ ਚਲਾਇਆ, ਕਲਗੀ ਸਜਾ ਲਈ ਹੈ। ਸਤਿਗੁਰੂ ਜੀ ਇੱਥੋਂ ਫਿਰ ਦਿੱਲੀ ਨੂੰ ਤੁਰਨ ਵਾਸਤੇ ਤਿਆਰ ਹੋ ਗਏ ਹੈ। ਲੰਮੇ ਦੇਸ਼ਨ ਕੇ ਸਿੱਖ ਆਏ। ਇੰਨੇ ਨੂੰ ਸਾਧ ਸੰਗਤ ਜੀ ਕੋ ਲੰਮੇ ਭਾਵ ਦੂਰ ਦੇਸ਼ ਦੇ ਕੋਈ ਸਿੱਖ ਸੀਗੇ। ਜਦੋਂ ਮਹਾਰਾਜ ਤੁਰਨ ਲੱਗੇ ਨਾ ਅੰਮ੍ਰਿਤ ਵੇਲੇ, ਤੇ ਕਿਸੇ ਦੇਸ਼ ਤੋਂ ਦੂਰੋਂ ਹੀ ਲੰਮਾ ਪੈਂਡਾ ਤੈਅ ਕਰਦੀ ਹੋਈ ਸੰਗਤ ਜਿਹੜੀ ਹੈ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਆ ਮਿਲੀ ਹੈ। ਮਸਤਕ ਟੇਕਤ ਅਰਜ਼ ਗੁਜ਼ਾਰੀ। ਉਹ ਸਿੱਖ ਨੇ ਸਾਧ ਸੰਗਤ ਜੀ, ਇੱਕ ਸਿੱਖ ਆਇਆ ਜਾਂ ਦੋ ਚਾਰ ਸਿੱਖ ਆਏ, ਉਹਨਾਂ ਨੇ ਮੱਥਾ ਟੇਕਿਆ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ। ਮੱਥਾ ਟੇਕ ਕੇ ਹੱਥ ਜੋੜੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਗੁਰ ਜੀ ਸੰਗਤ ਆਵਤ ਭਾਰੀ। ਹੇ ਸਤਿਗੁਰੂ ਪਾਤਸ਼ਾਹ ਜੀ, ਮਹਾਰਾਜ ਮੈਂ ਤੁਹਾਨੂੰ ਸੁਨੇਹਾ ਦੇਣ ਵਾਸਤੇ ਆਇਆ, ਖਬਰ ਕਰਨ ਵਾਸਤੇ ਆਇਆ ਕਿ ਪਿੱਛੇ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਆ ਰਹੀਆਂ ਹਨ। ਦਰਸ਼ਨ ਕਰ ਸਿੱਖ ਜੇ ਘਰ ਜਾਤੇ। ਮਹਾਰਾਜ ਜਿਹੜੇ ਦਰਸ਼ਨ ਕਰ ਕਰਕੇ ਤੁਹਾਡੇ ਸਿੱਖ ਮੁੜ ਮੁੜ ਕੇ ਆਪਣੇ ਪਿੰਡਾਂ ਨੂੰ ਜਾ ਰਹੇ, ਆਪਣੇ ਘਰਾਂ ਨੂੰ ਜਾ ਰਹੇ ਹਨ। ਤਿਨਹੋ ਸੁਨਾਵਨ ਕੀਨੀ ਬਾਤੇਂ। ਉਹਨਾਂ ਮਹਾਰਾਜ ਤੁਹਾਡੀਆਂ ਬਾਤਾਂ ਸੁਣਾਉਣੀਆਂ ਕੀਤੀਆਂ। ਭਾਵ ਜਿਹੜੀ ਸੰਗਤ ਕੀਰਤਪੁਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਮੁੜ ਰਹੀ, ਆਪਣੇ ਘਰਾਂ ਨੂੰ ਜਾਂਦੀ ਤੇ ਆਪਣੇ ਘਰਾਂ ਵਿੱਚ ਪਿੰਡਾਂ ਵਿੱਚ ਜਾ ਜਾ ਕੇ ਨਾਲ ਦੇ ਪਿੰਡਾਂ ਦੀਆਂ, ਆਪਣੇ ਪਿੰਡ ਦੀਆਂ ਸਿੱਖ ਸੰਗਤਾਂ ਨੂੰ ਦੱਸ ਰਹੀ ਹੈ। ਦਰਸ਼ਨ ਕਰ ਸਿੱਖ ਜੇ ਘਰ ਜਾਤੇ। ਸਤਿਗੁਰ ਹੈ ਤਿਆਰ ਉਤ ਜਾਣੇ। ਉਹ ਕਹਿੰਦੇ ਵੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਿਆਰ ਹੈ ਭਾਈ, ਉਹ ਤਾਂ ਚੱਲੇ ਆ ਕਿਸੇ ਪਾਸੇ ਨੂੰ। ਮਹਾਰਾਜ ਜਿਹੜੀ ਸੰਗਤ ਕੀਰਤਪੁਰ ਸਾਹਿਬ ਤੋਂ ਦਰਸ਼ਨ ਕਰਕੇ ਘਰਾਂ ਨੂੰ ਗਈ ਹੈ, ਉਹਨਾਂ ਤੁਹਾਡਾ ਗੱਡਿਆਂ ਵਿੱਚ ਸਮਾਨ ਲੱਦਿਆ ਵੇਖਿਆ, ਕਿਸੇ ਪਾਸੇ ਨੂੰ ਪਤਾ ਲੱਗਿਆ ਵੀ ਤਿਆਰੀ ਕੀਤੀ। ਉਹ ਸਿੱਖ ਜਦੋਂ ਦਰਸ਼ਨ ਕਰਕੇ ਆਪਦੇ ਪਿੰਡਾਂ ਨੂੰ ਜਾਂਦੇ ਹੈ, ਆਪਦੇ ਪਿੰਡਾਂ ਵਿੱਚ ਜਾ ਕੇ ਫਿਰ ਦੱਸਦੇ ਆ ਦੂਜੀਆਂ ਸੰਗਤਾਂ ਨੂੰ ਕਿ ਭਾਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਤਾ ਨਹੀਂ ਕੀਰਤਪੁਰ ਸਾਹਿਬ ਨੂੰ ਤੋਂ ਕਿੱਧਰ ਨੂੰ ਚੱਲੇ ਹੈ, ਤੇ ਹੁਣ ਸਮਾਂ ਤੁਹਾਡੇ ਸਾਰਿਆਂ ਦੇ ਕੋਲ, ਹੱਲੇ ਨਾਲ ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰ ਆਓ। ਸੁਨ ਕਰ ਮਾਰਗ ਅਧਿਕ ਭਿਆਨੇ। ਜਿਸ ਕਰਕੇ ਮਹਾਰਾਜ ਬਹੁਤ ਸੰਗਤ ਦੀ ਇੱਛਾ ਵੀ ਮਹਾਰਾਜ ਦਿੱਲੀ ਚੱਲੇ ਤੇ ਕੀ ਪਤਾ ਕਦੋਂ ਮੁੜਨਾ, ਤੇ ਹੱਲੇ ਨਾਲ ਦਰਸ਼ਨ ਕਰ ਲਈ ਇੱਕ ਵਾਰੀ ਮਹਾਰਾਜ ਦੇ। ਐਸੀ ਵਿਚਾਰ ਰੱਖ ਕੇ ਬੇਅੰਤ ਸੰਗਤਾਂ ਰਸਤਿਆਂ ਵਿੱਚ ਤੁਰ ਪਈਆਂ ਨੇ, ਤੁਹਾਡੇ ਵਾਲੇ ਪਾਸੇ ਨੂੰ ਆ ਰਹੀਆਂ ਹਨ। ਸ਼ਰਮਤ ਭਈ ਜਹ ਗਮਨਿਓ ਜਾਈ। ਤੇ ਮਹਾਰਾਜ ਜਿੱਥੋਂ ਤੱਕ ਤੁਰ ਤੁਰ ਕੇ ਸਿੱਖ ਥੱਕ ਨਹੀਂ ਨਾ ਜਾਂਦੇ, ਜਿੰਨਾ ਸਮਾਂ ਥੱਕ ਟੁੱਟ ਨਹੀਂ ਬਹਿੰਦੇ ਆ। ਦਰਸ ਲਾਲਸਾ ਹਿਰਦੈ ਬਧਾਈ। ਤੇ ਉਹਨਾਂ ਸਮਾਂ ਉਹ ਟਿਕਦੇ ਨਹੀਂ, ਤੁਰੇ ਹੀ ਜਾਂਦੇ ਥੱਕੇ ਟੁੱਟੇ ਸਿੱਖ ਵੀ ਛੇਤੀ ਚੱਲ ਜਾਈਏ, ਕਿਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਡੇ ਜਾਣ ਤੋਂ ਪਹਿਲਾਂ ਦਿੱਲੀ ਨੂੰ ਨਾ ਚਲੇ ਜਾਣ ਤੇ ਅਸੀਂ ਦਰਸ਼ਨਾਂ ਤੋਂ ਵਾਂਝੇ ਰਹਿ ਜਾਈਏ। ਇਹ ਵਿਚਾਰ ਕੇ ਸਿੱਖ ਬੜੀ ਥਕਾਵਟ ਨਾਲ ਤੁਰੇ, ਦਿਨ ਰਾਤ ਤੁਰੇ ਆਉਂਦੇ ਆ ਤੇ ਚਲਦਿਆਂ ਚਲਦਿਆਂ ਬੜੇ ਥੱਕ ਰਹੇ ਹਨ ਜੀ।
ਉਹਨਾਂ ਦੇ ਹਿਰਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਬਹੁਤ ਲਾਲਸਾ, ਬੜਾ ਲਾਲਚ ਜਾਗਿਆ ਹੈ। ਇਸਤਰੀ ਪੁਰਖ ਬ੍ਰਿਧ ਗਨ ਬਾਲ। ਪਾਤਸ਼ਾਹ ਜੀ, ਬੜੇ ਮਾਈਆਂ ਵੀ ਤੁਹਾਡੇ ਦਰਸ਼ਨਾਂ ਨੂੰ ਆ ਰਹੀਆਂ, ਛੋਟੇ ਛੋਟੇ ਬੱਚੇ ਆ ਰਹੇ ਹੈ, ਬਜ਼ੁਰਗ ਵੀ ਜਿਹੜੇ ਜਿਨ੍ਹਾਂ ਤੋਂ ਤੁਰਿਆ ਭਾਵੇਂ ਨਹੀਂ ਜਾਂਦਾ, ਉਹ ਵੀ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਰਹੇ ਹਨ ਜੀ। ਆਵਤ ਚਾਲੇ ਸ਼ਰਮਤ ਵਿਸਾਲ। ਤੇ ਥੱਕ ਰਹੇ ਆ ਮਹਾਰਾਜ, ਬੱਚੇ ਛੋਟੇ ਹੋਣ ਕਰਕੇ ਜਾਂ ਕੁਝ ਬਜ਼ੁਰਗ ਹੋਣ ਕਰਕੇ ਫਿਰ ਥੱਕ ਜਾਂਦੀ ਸੰਗਤ, ਜਿਸ ਕਰਕੇ ਕੋਈ ਬਾਹਲਾ ਪੈਂਡਾ ਨਹੀਂ ਤੈਅ ਹੁੰਦਾ ਉਹਨਾਂ ਤੋਂ, ਪਰ ਫਿਰ ਵੀ ਤੁਹਾਡੇ ਦਰਸ਼ਨ ਦੀ ਖਿੱਚ ਹੈ, ਤੁਰੇ ਤੁਰੇ ਆ ਰਹੇ ਹਨ। ਸਭ ਮਿਲ ਹਮਕੋ ਪਠਿਓ ਅਗਾਰੀ। ਤੇ ਉਹ ਸੰਗਤਾਂ ਜਦੋਂ ਥੱਕ ਗਈਆਂ, ਮਹਾਰਾਜ ਉਹਨਾਂ ਮੈਨੂੰ ਭੇਜਿਆ ਨੌਜਵਾਨ ਵੇਖ ਕੇ ਤੇ ਘੋੜਾ ਦੇ ਕੇ, ਮਹਾਰਾਜ ਮੈਨੂੰ ਤੁਹਾਡੇ ਕੋਲ ਪਹਿਲਾਂ ਹੀ ਅੱਗੋਂ ਦੀ ਭੇਜ ਦਿੱਤਾ ਹੈ। ਦਰਸ ਦੇਹੋ ਗੁਰ ਥਿਰਤਾ ਧਾਰੀ। ਵੀ ਆਪ ਜੀ ਅਜੇ ਕੀਰਤਪੁਰ ਸਾਹਿਬ ਤੋਂ ਨਾ ਤੁਰੋ ਸੱਚੇ ਪਾਤਸ਼ਾਹ ਜੀ, ਬਹੁਤ ਸੰਗਤ ਆ ਰਹੀ ਹੈ ਤੇ ਆਪ ਜੀ ਟਿਕੇ ਰਹੋ, ਅਜੇ ਨਾ ਜਾਓ, ਇੱਕ ਦਿਨ ਹੋਰ ਰੁਕ ਜਾਓ ਇੱਥੇ ਕੀਰਤਪੁਰ ਸਾਹਿਬ ਦੇ ਲਾਗੇ, ਔਰ ਕਿਰਪਾ ਕਰੋ ਤਾਂ ਕਿ ਸੰਗਤਾਂ ਸਵੇਰ ਤੱਕ ਆ ਜਾਣਗੀਆਂ ਕੀਰਤਪੁਰ ਸਾਹਿਬ, ਤੇ ਦਰਸ਼ਨ ਬਖਸ਼ ਕੇ ਕੱਲ੍ਹ ਨੂੰ ਨਾ ਆਪ ਜੀ ਫਿਰ ਦਿੱਲੀ ਨੂੰ ਚਲੇ ਜਾਇਆ ਜੇ, ਇੱਕ ਦਿਨ ਸੱਚੇ ਪਾਤਸ਼ਾਹ ਜੀ ਹੋਰ ਰੁਕ ਜਾਓ ਜੀ। ਨਿਜ ਸੰਗਤ ਪਰ ਕਰੁਣਾ ਕੀਜੈ। ਆਪਣੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਦੇ ਉੱਪਰ ਇੰਨੀ ਕਿਰਪਾ ਕਰ ਦਿਓ, ਇੱਕ ਦਿਨ ਹੋਰ ਰੁਕ ਜਾਓ ਤੇ ਦਰਸ਼ਨ ਬਖਸ਼ ਦਿਓ ਜੀ। ਮਗ ਵਿਸਾਲ ਆਏ ਲਖ ਲੀਜੈ। ਕਿਉਂਕਿ ਜਾਣ ਲਓ ਮਹਾਰਾਜ, ਸੰਗਤਾਂ ਬਹੁਤ ਪੈਂਡਾ ਤੈਅ ਕਰਕੇ ਬੜੇ ਮਹੀਨੇ ਲੱਗ ਗਏ ਸਾਨੂੰ ਕੀਰਤਪੁਰ ਸਾਹਿਬ ਆਉਂਦਿਆਂ, ਤੇ ਬੜੀ ਦੇਰ ਬਾਅਦ ਮਹਾਰਾਜ ਤੁਹਾਡੇ ਲਾਗੇ ਪਹੁੰਚੇ ਆ। ਤੇ ਜੇ ਤੁਸੀਂ ਇੱਥੋਂ ਉੱਠ ਕੇ ਗਾਂ ਦਿੱਲੀ ਨੂੰ ਚਲੇ ਗਏ ਤੇ ਮਹਾਰਾਜ ਸਾਡੀ ਤਾਂ ਜ਼ਿੰਦਗੀ ਤੁਹਾਡੇ ਪਿੱਛੇ ਪਿੱਛੇ ਲੰਘ ਜਾਣੀ ਹੈ। ਸੰਗਤਾਂ ਬਹੁਤ ਥੱਕ ਚੁੱਕੀਆਂ, ਬੜੇ ਦੂਰ ਦੇਸ਼ਾਂ ਤੋਂ ਪੈਂਡਾ ਤੈਅ ਕਰਕੇ ਆਈਆਂ ਹਨ। ਚਲਦਿਓ ਮਿਲਿਓ ਜਾਏ ਨਹਿ ਕਿਉ ਹੂੰ। ਜੇ ਤੁਸੀਂ ਚੱਲਦੇ ਗਏ ਤੇ ਮਹਾਰਾਜ ਮਿਲਿਆ ਨਹੀਂ ਜਾਣਾ ਕਿਤੇ ਵੀ। ਸੰਗਤ ਜਿੰਨੀ ਕੁ ਤੁਹਾਡੇ ਨੇੜੇ ਆਇਆ ਕਰੇਗੀ, ਤੁਸੀਂ ਉਹਨੇ ਕੁ ਗਾਂਹ ਨਿਕਲ ਜਾਇਆ ਕਰਨਾ। ਕਿਰਪਾ ਕਰੋ ਪਾਤਸ਼ਾਹ ਜੀ, ਇੱਥੇ ਰੁਕ ਜਾਓ ਜੀ। ਉਤਲਾਵਤ ਚਾਲਤ ਮਗ ਜਿਉ ਹੂੰ। ਕਿਉਂਕਿ ਜਿਵੇਂ ਜਿਵੇਂ ਆਪ ਜੀ ਛੇਤੀ ਦੇ ਨਾਲ ਪੈਂਡਾ ਤੈਅ ਕਰਕੇ ਤੁਰੇ ਜਾ ਰਹੇ ਹੋ ਤੇ ਮਹਾਰਾਜ ਸੰਗਤਾਂ ਉਵੇਂ ਪਿੱਛੇ ਆ ਰਹੀਆਂ, ਉਹਨਾਂ ਕੁ ਤੁਸੀਂ ਗਾਂਹ ਤੁਰ ਪੈਂਦੇ ਹੋ ਜਿੰਨੀ ਕੁ ਸੰਗਤ ਤੁਹਾਡੇ ਲਾਗੇ ਆਉਂਦੀ ਹੈ। ਸੰਗਤ ਥਕਤ ਜਾਨ ਥਿਰ ਰਹੀ ਹੈ। ਮਹਾਰਾਜ ਹੁਣ ਸੰਗਤ ਥੱਕ ਚੁੱਕੀ ਹੈ, ਤੁਸੀਂ ਤਾਂ ਤੁਰੇ ਜਾ ਰਹੇ ਤੇ ਸੰਗਤ ਪਿੱਛੇ ਥੱਕ ਗਈ ਜਿਹੜੀ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਰਹੀ ਹੈ। ਪਾਤਸ਼ਾਹ ਜੀ ਆਪ ਕਿਰਪਾ ਕਰੋ ਵੀ ਸੰਗਤ ਦਾ ਵਾਸਤਾ ਹੈ, ਆਪ ਜੀ ਰੁਕ ਜਾਓ ਅੱਜ ਦਾ ਦਿਨ ਕੀਰਤਪੁਰ ਸਾਹਿਬ ਤੋਂ ਨਾ ਦਿੱਲੀ ਜਾਓ, ਚਲੋ ਸਵੇਰ ਤੱਕ ਸੰਗਤਾਂ ਇੱਥੇ ਆ ਜਾਣਗੀਆਂ ਜੀ। ਬਿਰਧ ਸਹਾਇਕ ਸੇਵਕ ਲਹੀਆ ਹੈ। ਮਹਾਰਾਜ ਤੁਹਾਡਾ ਧਰਮ ਹੈ, ਆਪ ਸੇਵਕਾਂ ਦੀ ਸਿੱਖਾਂ ਦੀ ਸਹਾਇਤਾ ਕਰਦੇ ਹੋਏ ਜਾਣੋ ਜੀ। ਸ੍ਰੀ ਹਰਿ ਕ੍ਰਿਸ਼ਨ ਗੁਰੂ ਗਤ ਦਾਨੀ। ਇਧਰ ਸਾਧ ਸੰਗਤ ਜਦੋਂ ਸਿੱਖ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਸੰਗਤ ਬੜੀ ਦੂਰੋਂ ਆ ਰਹੀ ਤੇ ਤੁਸੀਂ ਤੁਰੇ ਜਾਂਦੇ ਗਾਂਹ ਤੇ ਸੰਗਤਾਂ ਵਿਚਾਰੀਆਂ ਪਿੱਛੇ ਥੱਕ ਜਾਣੀਆਂ, ਕਿਉਂਕਿ ਤੁਹਾਡੇ ਦਰਸ਼ਨ ਕਰਨੇ ਸੰਗਤ ਨੇ, ਤੁਹਾਡੇ ਤੋਂ 10 ਕੋ ਪਿੱਛੇ ਆ ਸੰਗਤ। ਜੇ ਤੁਸੀਂ ਇੱਥੋਂ ਦਿੱਲੀ ਨੂੰ ਤੁਰ ਪਏ ਮਹਾਰਾਜ, ਨਿੱਕੇ ਨਿੱਕੇ ਬੱਚੇ ਆ ਸੰਗਤ ਦੇ ਵਿੱਚ, ਬਜ਼ੁਰਗ ਹਨਗੇ, ਤੇ ਤੁਸੀਂ ਗਾਂਹ ਤੁਰੇ ਜਾਣਾ ਮਹਾਰਾਜ, ਫਿਰ ਉਹ ਦਿੱਲੀ ਨੂੰ ਜਾਣਾ ਪਊ ਸੰਗਤ ਨੂੰ। ਇੱਕ ਦਿਨ ਕੀਰਤਪੁਰ ਹੋਰ ਰੁਕ ਜਾਓ, ਸੰਗਤ ਤੁਹਾਡੇ ਦਰਸ਼ਨ ਕਰ ਲਏਗੀ। ਇਹ ਜਦੋਂ ਬੇਨਤੀ ਸਿੱਖ ਦੀ ਸਤਿਗੁਰੂ ਬਾਲਾ ਪ੍ਰੀਤਮ ਹਰਿਕ੍ਰਿਸ਼ਨ ਸਾਹਿਬ ਨੇ ਸਰਵਣ ਕੀਤੀ ਹੈ। ਸੁਨ ਸੰਗਤ ਕੀ ਬਿਨੈ ਮਹਾਨੀ। ਤੇ ਸਾਰੇ ਸਤਿਗੁਰੂ ਜੀ ਗਤ ਦੇ ਦੇਣ ਵਾਲੇ, ਮੁਕਤੀ ਦੇ ਦਾਤੇ ਪਾਤਸ਼ਾਹ ਜੀ ਨੇ ਸੰਗਤਾਂ ਦੀ ਬੜੀ ਭਾਰੀ ਬੇਨਤੀ ਜਦੋਂ ਸੁਣੀ ਹੈ। ਭਏ ਥਕਤ ਥਿਰਤਾ ਕਹੋ ਧਾਰੇ। ਮਹਾਰਾਜ ਨੂੰ ਪਤਾ ਲੱਗਿਆ ਵੀ ਸੰਗਤ ਆ ਰਹੀ ਸਾਡੇ ਦਰਸ਼ਨ ਕਰਨ ਨੂੰ ਤੇ ਅਸੀਂ ਗਾਂਹ ਤੁਰੇ ਜਾ ਰਹੇ ਹਾਂ, ਜਿਸ ਕਰਕੇ ਸੰਗਤਾਂ ਥੱਕ ਟੁੱਟ ਕੇ ਪਿੱਛੇ ਰੁਕ ਗਈਆਂ ਹਨ। ਦੇਤ ਕਾਮਨਾ ਸੰਗਤ ਪਿਆਰੇ। ਤੇ ਅਸੀਂ ਤਾਂ ਕਾਮਨਾ ਦੇਣ ਵਾਲੇ ਹਾਂ ਸੰਗਤਾਂ ਨੂੰ, ਭਾਵ ਸੰਗਤਾਂ ਦੀ ਕਾਮਨਾ ਇੱਛਾ ਭਾਵਨਾ ਪੂਰੀ ਕਰਦੇ ਹਾਂ। ਤੇ ਹਠਾ ਰਾਖਿਓ ਸਿਵਰ ਮੁਕਾਮ। ਤਾਂ ਮਹਾਰਾਜ ਨੇ ਸੰਗਤ ਦੀ ਇੱਛਾ ਪੂਰੀ ਕਰਨ ਵਾਸਤੇ ਖਾਲਸਾ ਜੀ ਇੱਥੇ ਹੀ ਰੁਕੇ ਰਹੇ ਬਾਲਾ ਪ੍ਰੀਤਮ। ਅੱਜ ਦਾ ਦਿਨ ਹੋਰ ਮਹਾਰਾਜ ਨੇ ਇੱਕ ਦਿਨ ਇੱਥੇ ਬਤੀਤ ਕੀਤਾ ਹੈ। ਸਤਿਗੁਰੂ ਜੀ ਨਹੀਂ ਗਏ, ਇੱਥੇ ਟਿਕ ਗਏ ਹਨ। ਬਾਹਲ ਆਰ ਬਲ ਗੁਣ ਗਨ ਧਾਮ। ਸਤਿਗੁਰਾਂ ਦੀ ਉਮਰਾਂ ਥੋੜ੍ਹੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਗੁਰਤਾ ਗੱਦੀ ਤੇ ਬੈਠੇ ਖਾਲਸਾ ਜੀ 5 ਸਾਲ ਤੇ ਮਸਾਂ 2 ਕੁ ਮਹੀਨੇ ਉਮਰ ਸੀ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ, ਜਦੋਂ ਗੁਰਤਾ ਗੱਦੀ ਦੇ ਤਖਤ ਤੇ ਬੈਠੇ। ਤੇ ਚਲੋ ਇੱਥੇ 5.5 ਸਾਲ ਉਮਰ ਵੱਧ ਤੋਂ ਵੱਧ ਹੋਵੇਗੀ। ਕਵੀ ਰਾਜ ਕਹਿੰਦੇ ਬਾਲਾ ਪ੍ਰੀਤਮ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਉਮਰਾਂ ਥੋੜ੍ਹੀ ਹੈ,
ਤੇ ਸ਼ਕਤੀਆਂ ਕਰਕੇ ਬੜੇ ਮਹਾਨ, ਵੱਡਿਆਂ ਤੋਂ ਵੱਡੇ ਗੁਣਾਂ ਦੇ ਖਜ਼ਾਨੇ ਹਨ। ਅਗਲੇ ਦਿਵਸ ਸੰਗਤਾਂ ਆਈ। ਸਤਿਗੁਰੂ ਰੁਕੇ ਰਹੇ, ਇੱਕ ਰਾਤ ਹੋਰ ਟਿਕ ਗਏ ਮਹਾਰਾਜ। ਇੰਨੇ ਨੂੰ ਜਿਹੜੀਆਂ ਸੰਗਤਾਂ ਰਾਹ ਵਿੱਚ ਰੁਕੀਆਂ ਹੋਈਆਂ ਸਨ, ਰਾਤ ਪੈਣ ਕਰਕੇ ਦਿਨ ਚੜ੍ਹੇ ਤੇ ਉਹ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਨੂੰ ਪਹੁੰਚ ਗਈਆਂ ਹਨ। ਤ੍ਰਿਖਤ ਧੇਨ ਜਲ ਜਲ ਹਿਤ ਧਾਈ। ਜਿਵੇਂ ਸਾਧ ਸੰਗਤ ਜੀ, ਉਹ ਕੋਈ ਗਊ ਹੋਵੇ ਨਾ ਪਿਆਸੀ, ਤੇ ਪਾਣੀ ਵਾਲੇ ਪਾਸੇ ਨੂੰ ਦੌੜਦੀ ਆ, ਪਿਆਸਾ ਪਸ਼ੂ ਪਾਣੀ ਵਾਲੇ ਪਾਸੇ ਨੂੰ ਭੱਜਦਾ ਹੈ। ਬੈਠੇ ਸਤਿਗੁਰ ਲਏ ਦੀਵਾਨ। ਤੇ ਐਦਾਂ ਸੰਗਤਾਂ ਪਿਆਸੀਆਂ ਮਹਾਰਾਜ ਦੇ ਦਰਸ਼ਨ ਦੀਆਂ, ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੋਹਣਾ ਦੀਵਾਨ ਸਜਾ ਕੇ ਬੈਠੇ ਹੋਏ ਸੰਗਤਾਂ ਵਿੱਚ। ਦਰਸ ਹੈ ਸੰਗਤ ਬੰਧਨ ਠਾਨ। ਤੇ ਬਹੁਤ ਸੰਗਤਾਂ, ਹੜ ਆ ਗਿਆ ਸੰਗਤਾਂ ਦਾ। ਸਤਿਗੁਰਾਂ ਦੇ ਦਰਸ਼ਨ ਕਰਦੀਆਂ ਸੰਗਤਾਂ ਹੱਥ ਜੋੜ ਜੋੜ ਕੇ ਨਮਸਕਾਰਾਂ ਹੁੰਦੀਆਂ ਤੇ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਐ। ਅਨੇਕ ਉਪਾਇਨ ਕੋ ਅਰ ਪਾਵੈ। ਫਿਰ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ, ਕਿਉਂਕਿ ਰਿਗਤ ਪਾਣ ਦਰਸੈ ਨਹੀਂ ਭੂਪ ਪਿਛਕ ਗੁਰਦੇਵ। ਖਾਲੀ ਹੱਥ ਮਹਾਰਾਜ ਦੇ ਦਰਸ਼ਨ ਨਹੀਂ ਕਰੀਦੇ ਕਦੇ, ਇਹ ਸੰਗਤਾਂ ਜਾਣਦੀਆਂ। ਤਾਂ ਜੋ ਸੰਗਤ ਆਈ ਹੱਥ ਵਿੱਚ ਕੁਝ ਨਾ ਕੁਝ ਸਭ ਦੇ ਫੜਿਆ ਹੋਇਆ, ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਦਰਸ਼ਨਾਂ ਦੀ ਭੇਟਾ ਰੱਖਦੀ ਸੰਗਤ, ਤੇ ਸਤਿਗੁਰਾਂ ਦੇ ਰਜ ਰਜ ਦਰਸ਼ਨ ਕਰਦੀ ਹੈ। ਹੋਏ ਠਾਡੇ ਅਰਦਾਸ ਕਰਾਵੈ। ਫਿਰ ਮੇਵੜੇ ਜਿਹੜੇ ਅਰਦਾਸੀਏ ਸਿੱਖ ਹੁੰਦੇ ਆ, ਉਹਨਾਂ ਨੂੰ ਸਿੱਖ ਆਪਦੀ ਬੇਨਤੀ ਦੱਸਦੇ ਵੀ ਮਹਾਰਾਜ ਸਿੱਖੋ ਕਿਰਪਾ ਕਰੋ, ਫਲਾਣੀ ਆ ਸਾਡੇ ਘਰ ਵਿੱਚ ਮੁਸ਼ਕਲ ਹੈ, ਜਾਂ ਮਹਾਰਾਜ ਆ ਵਸਤੂ ਦੀ ਲੋੜ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਆਪ ਬੇਨਤੀ ਕਰੋ ਵੀ ਸਾਡੀ ਅਰਦਾਸ ਹੈ। ਉਹ ਜਿਵੇਂ ਆਪ ਜੀ ਅਰਦਾਸਾਂ ਬੇਨਤਾਂ ਕੋਈ ਕਿਸੇ ਸਿੱਖ ਤੋਂ ਕਰਵਾਈਏ, ਕੋਈ ਗ੍ਰੰਥੀ ਸਿੰਘ ਜਾਂ ਕੋਈ ਅਰਦਾਸੀਆ ਸਿੰਘ ਹੁੰਦਾ, ਇੱਦਾਂ ਉਹਨੂੰ ਮੇਵੜਾ ਸਿੱਖ ਕਹਿੰਦੇ ਆ। ਉਹ ਫਿਰ ਸੰਗਤਾਂ ਭੇਟਾਂ ਮਹਾਰਾਜ ਦੇ ਚਰਨਾਂ ਵਿੱਚ ਰੱਖ ਕੇ ਕਿਸੇ ਅਰਦਾਸੀਏ ਸਿੱਖ ਤੋਂ ਆਪਦੀ ਕਾਮਨਾ ਭਾਵਨਾ ਜੋ ਵੀ ਹੁੰਦੀ ਹੈ, ਉਹ ਸਤਿਗੁਰਾਂ ਦੇ ਅੱਗੇ ਅਰਦਾਸ ਕਰਵਾਉਂਦੀਆਂ ਹਨ। ਅਮ ਕੀ ਮੋਹੇ ਕਾਮਨਾ ਪੂਰੀ। ਉਹ ਫਿਰ ਦੱਸਦੇ ਹੈ ਵੀ ਮਹਾਰਾਜ ਫਲਾਣੇ ਨਗਰ ਤੋਂ ਸੰਗਤ ਆਈ ਹੈ ਤੇ ਪਾਤਸ਼ਾਹ ਜੀ ਫਲਾਣੀ ਫਲਾਣੀ ਉਹਨਾਂ ਦੀ ਇੱਛਾ ਹੈ। ਉਹ ਆਪਣੀ ਆਹ ਇੱਛਾ ਦੱਸਦੇ ਵੀ ਮਹਾਰਾਜ ਕਿਰਪਾ ਕਰੋ, ਸਾਨੂੰ ਦੁੱਧ ਦੀ ਲੋੜ ਹੈ। ਕੋਈ ਆਂਦਾ ਮਹਾਰਾਜ ਪੁੱਤਰ ਨਹੀਂ ਹੈ ਕਈ ਵਰਿਆਂ ਤੋਂ, ਕੋਈ ਇਸ ਤਰ੍ਹਾਂ ਕੋਈ ਵਸਤੂ ਮੰਗਦਾ ਹੈ, ਕੋਈ ਵਸਤੂ ਮੰਗਦਾ ਹੈ। ਕੋ ਕਹਿ ਕਰੇ ਬਿਗਨ ਗਨ ਦੂਰੀ। ਤੇ ਕੋਈ ਕਹਿੰਦਾ ਮਹਾਰਾਜ ਮੇਰੇ ਬਿਗਨ ਦੂਰ ਕਰ ਦਿਓ ਜੀ, ਘਰ ਵਿੱਚ ਕਲੇਸ਼ ਹੈ। ਕੋਈ ਕਿਸ ਤਰ੍ਹਾਂ ਦੇ ਮਹਾਰਾਜ ਤੋਂ ਬੇਨਤੀ ਕਰਦਾ, ਵਰਦਾਨ ਮੰਗਦਾ ਹੈ। ਕੋ ਕਹਿ ਸਤਿਗੁਰ ਮੁਝ ਸੁਤ ਦੀਜੇ। ਕੋਈ ਕਹਿੰਦਾ ਮਹਾਰਾਜ ਮੇਰੇ ਘਰ ਔਲਾਦ ਨਹੀਂ ਹੈ, ਕਿਰਪਾ ਕਰੋ, ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁਤ ਦੇਹ, ਮੈਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਜੀ। ਕੋ ਕਹਿ ਮਮ ਧਨ ਧਾਮ ਭਰੀਜੇ। ਕੋਈ ਕਹਿੰਦਾ ਮਹਾਰਾਜ ਮੇਰੇ ਘਰ ਨਾ ਮਾਇਆ ਨਹੀਂ ਹੈ, ਤੇ ਮਾਇਆ ਦੇ ਨਾਲ ਪਾਤਸ਼ਾਹ ਜੀ ਮੇਰੇ ਘਰ ਭਰ ਦਿਓ ਜੀ, ਧਨ ਦੀਆਂ ਦਾਤਾਂ ਬਖਸ਼ ਦਿਓ ਜੀ। ਕੋ ਕਹਿ ਤਨ ਕੋ ਕਸ਼ਟ ਬਿਦਾਰਹੁ। ਕੋਈ ਕਹਿੰਦਾ ਮਹਾਰਾਜ ਮੈਂ ਸਰੀਰ ਕਰਕੇ ਬੜਾ ਰੋਗੀ ਹਾਂ। ਸਭ ਵੈਦਾਂ ਨੇ ਜਿਹੜੇ ਆ ਉਹ ਸਮੇਂ ਦੇ ਡਾਕਟਰ, ਮਹਾਰਾਜ ਉਹਨਾਂ ਜਵਾਬ ਦੇ ਦਿੱਤਾ ਹੈ, ਕਿਰਪਾ ਕਰੋ ਮਹਾਰਾਜ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਹੈ ਜਮ ਕੀ ਫੰਦਾ। ਕਿਰਪਾ ਕਰੋ ਮੇਰੇ ਸਰੀਰ ਨੂੰ ਫਲਾਣਾ ਰੋਗ ਹੈ, ਮਹਾਰਾਜ ਆਪ ਜੀ ਮਿਹਰ ਭਰਿਆ ਹੱਥ ਰੱਖੋ, ਕੱਟ ਦੇਣਾ ਕਰੋ ਜੀ। ਕੋ ਕਹਿ ਸਤਰੂ ਗਨ ਨਿਰਵਾਰਹੁ। ਕੋਈ ਕਹਿੰਦਾ ਮਹਾਰਾਜ ਮੇਰੇ ਵੈਰੀ ਬਹੁਤ ਹੈ ਸੰਸਾਰ ਤੇ, ਜਾਂ ਕੋਈ ਮੈਨੂੰ ਤੰਗ ਕਰਦਾ ਮਹਾਰਾਜ, ਕਲੇਸ਼ ਪਾਉਂਦਾ ਸਾਨੂੰ, ਜਿਵੇਂ ਕੋਈ ਕਬਜ਼ਾ ਕੁਬਜ਼ਾਦਕ ਕਰਦਾ, ਮਹਾਰਾਜ ਕਿਰਪਾ ਕਰੋ ਮੇਰੇ ਤੇ ਤਰਸ ਕਰੋ, ਇਹਨਾਂ ਤੋਂ ਮੇਰਾ ਖਹਿੜਾ ਛਡਾਓ ਮਹਾਰਾਜ, ਮੈਂ ਇਕੱਲਾ ਆ ਤੇ ਉਹ ਮੈਨੂੰ ਤੰਗ ਕਰਦੇ ਆ ਸਾਰੇ, ਉਹ ਬਹੁਤੇ ਹੈ। ਇੱਦਾਂ ਦੀ ਬੇਨਤੀ ਜੇ ਕੋਈ ਕਰਦਾ ਹੈ ਬਾਲਾ ਪ੍ਰੀਤਮ ਪਾਤਸ਼ਾਹ ਮਹਾਰਾਜ ਦੇ ਅੱਗੇ। ਅਨੇਕ ਕਾਮਨਾ ਇਸ ਤੇ ਆਦ। ਇਸ ਤੋਂ ਆਦ ਕੋੜ ਬੜੇ ਤਰ੍ਹਾਂ ਦੀਆਂ ਇੱਛਾ ਕਾਮਨਾ ਭਾਵਨਾ ਸਿੱਖ ਅਰਦਾਸੇ ਕਰਦੇ ਆ। ਜਾਚਤ ਗੁਰ ਤੇ ਉਰ ਅਹਲਾਦ। ਤੇ ਗੁਰੂ ਤੋਂ ਬੜੇ ਆਨੰਦ ਨਾਲ ਸਾਧ ਸੰਗਤ ਜੀ ਜੋ ਵੀ ਕਿਸੇ ਨੂੰ ਲੋੜ ਹੁੰਦੀ ਹੈ, ਉਹੀ ਅਰਦਾਸਾਂ ਮਹਾਰਾਜ ਦੇ ਅੱਗੇ ਕਰਦਾ ਹੈ। ਧਰ ਧਰ ਹਿਰਦੈ ਕਾਮਨਾ ਜੈਸੀ। ਵੀ ਜਿਵੇਂ ਸਾਧ ਸੰਗਤ ਦੀ ਧਰ ਧਰ ਹਿਰਦੈ, ਜਿਹੋ ਜੀ ਕਾਮਨਾ ਭਾਵਨਾ ਜਿੰਨੇ ਵੀ ਕਿਸੇ ਨੇ ਆਪਦੇ ਮਨ ਵਿੱਚ ਕੋਈ ਇੱਛਾ ਰੱਖੀ ਹੁੰਦੀ ਹੈ, ਦਰਸਹ ਸਤਿਗੁਰ ਪੂਰਹਿ ਤੈਸੀ। ਤੇ ਮਹਾਰਾਜ ਦੇ ਅੱਗੇ ਦਰਸ਼ਨ ਕਰਕੇ ਅਰਦਾਸ ਕਰ ਦਿੰਦਾ, ਤੇ ਉਹ ਉਹੀ ਇੱਛਾ ਕਾਮਨਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੈ। ਜੋ ਵੀ ਕੋਈ ਅਰਦਾਸ ਕਰਦਾ, ਕੋਈ ਪੁੱਤ ਮੰਗਦਾ, ਕੋਈ ਧਨ ਮੰਗਦਾ, ਕੋਈ ਨੌਕਰੀ ਚਾਕਰੀ ਮੰਗਦਾ, ਕੋਈ ਸਰੀਰ ਦੇ ਰੋਗਾਂ ਤੋਂ ਛੁਟਕਾਰਾ ਚਾਹੁੰਦਾ, ਕੋਈ ਘਰ ਦੇ ਕਲੇਸ਼ਾਂ ਤੋਂ ਛੁਟਕਾਰਾ ਚਾਹੁੰਦਾ, ਜੋ ਵੀ ਸੱਚੇ ਸੁੱਚੇ ਮਨ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਅੱਗੇ
ਹੱਥ ਜੋੜ ਕੇ ਭੇਟਾ ਰੱਖ ਕੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਦਰਸ਼ਨ ਕਰਦਾ ਹੈ। ਸਤਿਗੁਰੂ ਉਸੇ ਦੀ ਪੂਰੀ ਕਰ ਰਹੇ ਹਨ। ਸਤਿਨਾਮ ਕਹਿ ਜਾਚਤ ਕੋਈ। ਕਈ ਜਿਹੜੇ ਕੁ ਹੁੰਦੇ ਜਗਿਆਸੂ ਗੁਰਮੁਖ ਪਿਆਰੇ, ਉਹ ਮਹਾਰਾਜ ਨੂੰ ਕਹਿੰਦੇ, ਮਹਾਰਾਜ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਹਾਰਾਜ ਕਿਸੇ ਸ਼ੈ ਦੀ ਲੋੜ ਨਹੀਂ, ਜੇ ਤਰੁਠੇ ਹੋ ਤੇ ਕਿਰਪਾ ਕਰਕੇ ਮਹਾਰਾਜ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰ ਦਿਓ ਜੀ। ਪਦ ਪੰਕਜ ਪ੍ਰੇਮੀ ਉਰ ਜੋਈ। ਐਦਾਂ ਜਿਹੜੇ ਮਹਾਰਾਜ ਦੇ ਚਰਨ ਕਮਲਾਂ ਦੇ ਬਹੁਤੇ ਪ੍ਰੇਮੀ ਹੁੰਦੇ ਹਨ। ਸ੍ਰੀ ਹਰਿ ਕ੍ਰਿਸ਼ਨ ਕਿਰਪਾ ਜਤ ਦੇਖ। ਫਿਰ ਸਤਿਗੁਰੂ ਕਿਰਪਾ ਦੀ ਦ੍ਰਿਸ਼ਟੀ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਦੇ ਪ੍ਰੇਮੀਆਂ ਸਿੱਖਾਂ ਵੱਲ ਜਦੋਂ ਮਿਹਰ ਭਰੀ ਨਜ਼ਰ ਮਾਰਦੇ ਐ, ਦਾਸਨ ਬਾਂਛਤ ਦੇਹ ਅਸ਼ੇਖ। ਤੇ ਜੋ ਕੁਝ ਮੰਗਦਾ ਮਹਾਰਾਜ ਸਭ ਕੁਝ ਆਪਦੇ ਸਿੱਖਾਂ ਸੇਵਕਾਂ ਨੂੰ ਬਖਸ਼ੀ ਜਾ ਰਹੇ ਹਨ। ਜਾ ਕਾ ਜੋਗ ਦੀਨੋ ਸਿਰ ਪਾਏ। ਸਾਧ ਸੰਗਤ ਦੀ ਫਿਰ ਜਿਹੜੇ ਕੋਈ ਯੋਗ ਹੁੰਦੇ ਆ, ਜਿਵੇਂ ਕੋਈ ਚੰਗੇ ਸਿਆਣੇ ਸਿੱਖ ਜਿਨ੍ਹਾਂ ਨੇ ਕੋਈ ਬਹੁਤੀ ਕਈ ਮਹੀਨੇ ਸੇਵਾ ਕੀਤੀ ਹੁੰਦੀ, ਜਾਂ ਜਿਹੜਾ ਕੋਈ ਸਿੱਖ ਆਪਦੇ ਨਗਰਾਂ ਤੋਂ ਸੰਗਤਾਂ ਲੈ ਕੇ ਆਉਂਦਾ ਮਹਾਰਾਜ ਦੇ ਘਰ, ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨੂੰ ਸਿਰੋਂ ਪਾਓ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਪਾਏ ਪ੍ਰਸਾਦ ਤਰਹਿ ਉਰ ਭਾਏ। ਤੇ ਗੁਰੂ ਘਰੋਂ ਪ੍ਰਸਾਦ ਕਿਰਪਾ ਪ੍ਰਾਪਤ ਕਰਕੇ ਉਹਦਾ ਮਨ ਖੁਸ਼ ਹੋ ਜਾਂਦਾ, ਸਿੱਖ ਐਨ ਗਦ ਗਦ ਹੋ ਜਾਂਦਾ ਹੈ ਜੀ। ਸੰਗਤ ਬਿਦਾ ਕੀ ਨ ਸਮੁਦਾਊ। ਏਦਾਂ ਮਹਾਰਾਜ ਫਿਰ ਜਿੰਨੀ ਸੰਗਤ ਆਉਂਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ, ਬਾਲਾ ਪ੍ਰੀਤਮ ਦੇ, ਮਹਾਰਾਜ ਸਭ ਨੂੰ ਦਰਸ਼ਨ ਦੇ ਕੇ ਉਹਨਾਂ ਦੀਆਂ ਇੱਛਾ ਕਾਮਨਾ ਪੂਰੀਆਂ ਕਰ ਕਰਕੇ ਤੇ ਸਭ ਸੰਗਤਾਂ ਨੂੰ ਪਿਛਾਂ ਮੋੜੀ ਜਾਂਦੇ, ਭਾਈ ਅਸੀਂ ਦਿੱਲੀ ਜਾ ਰਹੇ ਹਾਂ, ਹੁਣ ਸੰਗਤ ਸਾਡੇ ਪਿੱਛੇ ਨਾ ਆਓ, ਆਪ ਜੀ ਘਰਾਂ ਨੂੰ ਜਾਓ, ਅਸੀਂ ਦਿੱਲੀ ਜਾਣਾ। ਮਹਾਰਾਜ ਦਰਸ਼ਨ ਦੇ ਕੇ ਸੰਗਤਾਂ ਨੂੰ ਤੇ ਪਿਛਾਂ ਮੋੜੀ ਜਾ ਰਹੇ ਹਨ। ਸਾਦਰ ਸਭ ਕੋ ਰੱਖ ਕਰ ਭਾਊ। ਮਹਾਰਾਜ ਨੇ ਸਭ ਦਾ ਸਤਿਕਾਰ ਤੇ ਭਾਊ ਪ੍ਰੇਮ ਰੱਖਣਾ ਕੀਤਾ ਹੈ ਜੀ। ਆਪ ਗੁਰੂ ਪੂਰਬ ਮੁਖ ਕੀਨਾ। ਤੇ ਸੰਗਤਾਂ ਨੂੰ ਮਹਾਰਾਜ ਨੇ ਪਿਛਾਂ ਨੂੰ ਮੋੜ ਦਿੱਤਾ, ਜਿੱਧਰੋਂ ਆਈਆਂ ਸੀ ਸੰਗਤਾਂ, ਆਪ ਸੱਚੇ ਪਾਤਸ਼ਾਹ ਜੀ ਦਿੱਲੀ ਵਾਲੇ ਪਾਸੇ ਨੂੰ ਤੁਰ ਪਏ ਹਨ। ਪਹੁੰਚਨ ਹਿਤਪੁਰ ਮਾਰਗ ਲੀਨਾ। ਮਹਾਰਾਜ ਬੜੇ ਪ੍ਰੇਮ ਦੇ ਨਾਲ ਵੀ ਛੇਤੀ ਪਹੁੰਚ ਜਾਈਏ, ਦਿੱਲੀ ਵਾਲੇ ਪਾਸੇ ਨੂੰ ਚਾਲਾ ਪਾ ਦਿੱਤਾ ਹੈ। ਤਿਸ ਦਿਨ ਗਮਨੇ ਗਏ ਅਗਾਰੀ। ਮਹਾਰਾਜ ਤੁਰਦੇ ਖਾਲਸਾ ਜੀ ਕਈ ਕੋ ਅੱਗੇ ਨੂੰ ਤੁਰ ਪਏ ਹਨ। ਕੀਨਹੁ ਸਿਵਰ ਨਿਸਾ ਸੁਖ ਤੇ ਭਾਰੀ। ਸੱਚੇ ਪਾਤਸ਼ਾਹ ਫਿਰ ਜਦੋਂ ਰਾਤ ਪੈ ਜਾਂਦੀ ਸੀ ਉਦੋਂ ਰੁਕ ਜਾਂਦੇ ਸੀਗੇ। ਜਿੱਥੇ ਰਾਤ ਪੈ ਗਈ, ਸਤਿਗੁਰਾਂ ਖੁੱਲਾ ਸੋਹਣਾ ਥਾਂ ਵੇਖ ਕੇ ਉੱਥੇ ਆਪਦਾ ਤੰਬੂ ਪਾ ਲਿਆ, ਡੇਰਾ ਪਾ ਲਿਆ ਹੈ। ਖਾਨ ਪਾਨ ਕਰ ਸੁਪਤੇ ਸਭ ਹੂੰ। ਤੇ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਰਹਿਰਾਸ ਸਾਹਿਬ ਤੇ ਨਾਲ ਦੀਵਾਨ ਸੱਜ ਗਏ, ਸੋਦਰ ਸਾਹਿਬ ਦੀ ਚੌਂਕੀ ਲੱਗੀ ਤੇ ਸ਼ਾਮ ਨੂੰ ਅਰਦਾਸੇ ਹੋਏ, ਲੰਗਰ ਪੱਕੇ ਸੰਗਤਾਂ ਨੇ ਛਕੀਆਂ ਤੇ ਗੁਰੂ ਸਾਹਿਬ ਨੇ ਵੀ ਗੱਫਾ ਪਾਣੀ ਛਕਿਆ ਤੇ ਰਾਤ ਹੋਈ ਤੋਂ ਬਰਾਜ ਗਏ ਹਨ। ਭਈ ਪ੍ਰਭਾਤ ਤਿਆਰ ਭੇ ਤਬ ਹੂੰ। ਜਦੋਂ ਦਿਨ ਚੜਿਆ ਖਾਲਸਾ ਜੀ ਤਾਂ ਬਾਲਾ ਪ੍ਰੀਤਮ ਚਾਲੇ ਵਾਸਤੇ ਤਿਆਰ ਹੋ ਗਏ ਐ। ਮਾਰਗ ਚੱਲੇ ਜਾਹੇ ਸਮੁਦਾਈ। ਤੇ ਫਿਰ ਸਾਰੀ ਸੰਗਤ ਲੈ ਕੇ ਮਰਜ ਤੁਰ ਪੈਂਦੇ। ਰਾਤ ਜਿੱਥੇ ਹੁੰਦੀ ਉੱਥੇ ਟਿਕ ਜਾਂਦੇ ਤੇ ਫਿਰ ਜਦੋਂ ਦਿਨ ਚੜ ਜਾਂਦਾ ਫਿਰ ਤੜਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਕੇ ਕਮਰ ਕੱਸੇ ਕਰ ਲੈਂਦੇ, ਸਤਿਗੁਰੂ ਚਾਲਾ ਪਾ ਦਿੰਦੇ ਆ। ਜਿੰਨੀ ਸੰਗਤ ਮਹਾਰਾਜ ਦੇ ਨਾਲ ਹੈ ਉਹ ਸਭ ਮਹਾਰਾਜ ਦੇ ਪਿੱਛੇ ਤੁਰ ਪੈਂਦੀ ਹੈ। ਜਗ ਗੁਰੂ ਕੋ ਬੰਦਹ ਜਿਤ ਜਾਈ। ਸਾਧ ਸੰਗਤ ਜੀ ਜਿੱਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਾਂਦੇ ਆ, ਰਸਤੇ ਵਿੱਚ ਸੰਗਤਾਂ ਭੇਟਾ ਲੈ ਕੇ ਖੜੀਆਂ ਹੁੰਦੀਆਂ, ਜਿਨ੍ਹਾਂ ਪਿੰਡਾਂ ਚੋਂ ਪਾਤਸ਼ਾਹ ਲੰਘਦੇ ਆ। ਬਹੁਤ ਲੋਕਾਈ ਮਹਾਰਾਜ ਦੇ ਦਰਸ਼ਨ ਕਰਦੀ, ਨਮਸਕਾਰਾਂ ਕਰਦੀ ਹੈ। ਤਿਸ ਦਿਨ ਪੁਨਹ ਸਿੱਖ ਕੁਛ ਆਏ। ਤੇ ਮਹਾਰਾਜ ਜਦੋਂ ਤੁਰਨ ਲੱਗੇ ਨਾ ਅੰਮ੍ਰਿਤ ਵੇਲੇ, ਤੇ ਕੁਝ ਸਿੱਖ ਮਹਾਰਾਜ ਦੇ ਪਾਸ ਆ ਗਏ ਹਨ। ਬੰਦਤ ਪਾਇਨ ਬਾਕ ਸੁਨਾਏ। ਜਿਵੇਂ 5-7 ਸਿੱਖ ਸਿਆਣੇ ਆਏ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਉਹਨਾਂ ਆ ਕੇ ਮੱਥਾ ਟੇਕਿਆ, ਦਰਸ਼ਨ ਕੀਤੇ ਹਨ। ਕਾਬਲ ਅਰ ਪਛੌਰ ਕਸ਼ਮੀਰ। ਉਹਨਾਂ ਸਿੱਖਾਂ ਬੇਨਤੀ ਕੀਤੀ, ਕਹਿੰਦੇ ਬਾਲਾ ਪ੍ਰੀਤਮ ਜੀ, ਕਾਬਲ ਤੋਂ ਸੰਗਤਾਂ, ਪਿਸ਼ੌਰ ਤੋਂ, ਕੁਝ ਕਸ਼ਮੀਰ ਤੋਂ ਵੀ ਸੰਗਤਾਂ ਆ ਰਹੀਆਂ ਹਨ। ਇਤਿਆਦਿਕ ਦੇਸਨ ਨਰ ਭੀਰ। ਪਿਸ਼ੌਰ, ਕਾਬਲ, ਕੰਧਾਰ, ਕਸ਼ਮੀਰ, ਇਸ ਇਲਾਕੇ ਤੋਂ ਹੋਰ ਬੜੇ ਦੇਸ਼ਾਂ ਦੀਆਂ ਸੰਗਤਾਂ ਦੀ ਬੜੀ ਭੀੜ ਲੱਗ ਰਹੀ ਹੈ। ਸੰਗਤ ਆਵਤ ਕਈ ਹਜ਼ਾਰ। ਮਾਨੋ ਕਈ ਹਜ਼ਾਰਾਂ ਦੀ ਗਿਣਤੀ 'ਚ ਮਹਾਰਾਜ ਸੰਗਤ ਤੁਹਾਡੇ ਦਰਸ਼ਨ ਕਰਨ ਆ ਰਹੀ। ਤੇ ਪਹਿਲਾਂ ਕੀਰਤਪੁਰ ਸਾਹਿਬ ਗਈ ਸੀ ਸੰਗਤ, ਉੱਥੇ ਆਪ ਜੀ ਹੈ ਨਹੀਂ ਸੀ ਮਹਾਰਾਜ। ਹੁਣ ਸੰਗਤਾਂ ਤੁਹਾਡੇ ਪਿੱਛੇ ਮਗਰ ਇੱਧਰ ਨੂੰ ਆ ਰਹੀਆਂ ਹਨ ਜੀ। ਦਰਸ਼ਨ ਰਾਵਰ ਚਾਹੇ ਉਦਾਰ। ਉਹ ਸੰਗਤਾਂ ਮਹਾਰਾਜ ਕਈ ਮਹੀਨਿਆਂ ਤੋਂ ਤੁਰੀਆਂ ਹੋਈਆਂ ਆਪਦੇ ਪਿੰਡਾਂ ਤੋਂ, ਕਿਉਂਕਿ ਉਦੋਂ ਸਾਧ ਸੰਗਤ ਦੀ ਕਿਹੜਾ ਹੋਣ ਵਾਲੇ ਸਾਧਨ ਸਨ, ਪੈਦਲ ਹੀ ਜਾਂਦੀ ਸੀ ਸੰਗਤ ਜਾਂ ਗੱਡਿਆਂ ਗੁੱਡਿਆਂ ਤੇ ਜਾਣਾ।
ਉਹ ਫਿਰ ਸਿੱਖ ਅੱਗੇ ਉਸ ਕਿਤੇ ਪਹਿਲਾਂ ਸੰਗਤ ਆਈ ਤੇ ਉਹ ਕੀਰਤਪੁਰ ਸਾਹਿਬ ਤਾਂ ਮਹਾਰਾਜ ਹੈ ਨਹੀਂ ਸਨ, ਸਤਿਗੁਰੂ ਦਿੱਲੀ ਨੂੰ ਆ ਗਏ ਸਨਗੇ। ਉਹ ਵਿਚਾਰੀ ਸੰਗਤ ਕਾਬਲ ਕੰਧਾਰ ਤੋਂ ਕਈ ਮਹੀਨਿਆਂ ਦੀ ਤੁਰੀ ਪਹਿਲਾਂ ਕੀਰਤਪੁਰ ਸਾਹਿਬ ਆਈ। ਕੀਰਤਪੁਰ ਸਾਹਿਬ ਤੋਂ ਫਿਰ ਪਤਾ ਲੱਗਾ ਮਹਾਰਾਜ ਇੱਧਰ ਨੂੰ ਗਏ ਦਿੱਲੀ ਨੂੰ। ਉਹ ਵਿਚਾਰੇ ਪੈੜਾਂ ਪੱਟਦੇ ਪੱਟਦੇ ਸਿੱਖ ਮਗਰ ਆ ਗਏ। ਉਹ ਫਿਰ ਜਿੰਨਾ ਕੁ ਗਾਂਹ ਜਾਂਦੀ ਸੀ ਸਿੱਖ ਸੰਗਤ ਉਹਨਾਂ ਕੁ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੋਰ ਗਾਂਹ ਨੂੰ ਤੁਰ ਪੈਂਦੇ ਸਨ, ਕਿਉਂਕਿ ਗੱਡਿਆਂ 'ਤੇ ਸੀ ਸੰਗਤ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਘੋੜੇ 'ਤੇ ਸਨਗੇ, ਨਾਲ ਘੋੜਿਆਂ ਦੀ ਫੌਜ। ਚਲੋ ਇੱਦਾਂ ਕਰਕੇ ਸਾਧ ਸੰਗਤ ਜੀ ਉਹ ਫਿਰ ਜਿਹੜੇ ਸਿੱਖ ਸੀ ਉਹ ਸਿਆਣੇ ਸੀ, ਉਹਨਾਂ ਆਖਿਆ ਵੀ ਜੇ ਐਂ ਦਰਸ਼ਨ ਕਰਾਂਗੇ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਾਂ ਦਿੱਲੀ ਜਾ ਕੇ ਰੁਕਣਾ, ਉੱਥੇ ਜਾਣਾ ਪੈਣਾ। ਉਹਨਾਂ ਫਿਰ 5-7 ਸਿਆਣੇ ਸਿੱਖ ਭੇਜ ਦਿੱਤੇ ਵੀ ਜਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੇਨਤੀ ਕਰੋ ਵੀ ਆਪ ਜੀ ਮਹਾਰਾਜ ਇੱਕ ਦਿਨ ਇੱਥੇ ਰੁਕ ਜਾਓ ਤੇ ਉਹਨੇ ਨੂੰ ਅਸੀਂ ਲਾਗੇ ਆ ਜਾਵਾਂਗੇ, ਸਾਨੂੰ ਦਰਸ਼ਨ ਦੇ ਦਿਓ ਤੇ ਅਸੀਂ ਪਿਛਾਂਹ ਮੁੜ ਜਾਵਾਂਗੇ, ਤੁਸੀਂ ਫਿਰ ਦਿੱਲੀ ਨੂੰ ਚਲ ਜਾਣਾ। ਉਹ ਫਿਰ ਮਹਾਰਾਜ ਐਂ ਰੁਕ ਜਾਂਦੇ, ਉਹਨੇ ਨੂੰ ਸੰਗਤ ਹੋਰ ਆ ਜਾਂਦੀ। ਕਈ ਮਹੀਨੇ ਹੀ ਲੱਗ ਗਏ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਜਾਣ ਦਾ। ਦਿਨ ਤਾਂ 4-5 'ਚ ਹੀ ਚਲ ਜਾਣਾ ਸੀ, ਪਰ ਮਹੀਨੇ ਦੇ ਲਗਭਗ ਮਹਾਰਾਜ ਰਾਹਾਂ 'ਚ ਹੀ ਅਟਕੇ ਰਹੇ। ਉਨੀ ਕੁ ਸੰਗਤ ਆ ਜਾਂਦੀ, ਸ਼ਾਮ ਪੈ ਜਾਂਦੀ, ਫਿਰ ਚਲੋ ਕੱਲ੍ਹ ਨੂੰ ਤੁਰਾਂਗੇ। ਇੱਦਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੋਂ ਦਿੱਲੀ ਨਾ ਜਾਇਆ ਜਾ ਰਿਹਾ। ਉਹ ਇੰਨੇ ਨੂੰ ਹੁਣ ਮਹਾਰਾਜ ਤੁਰਨ ਲੱਗੇ ਸੀ ਤੇ ਕਾਬਲ ਕੰਧਾਰ ਦੀਆਂ ਸੰਗਤਾਂ ਨੇ ਸੁਨੇਹਾ ਭੇਜ ਦਿੱਤਾ ਪਾਤਸ਼ਾਹ ਜੀ ਨੂੰ ਰੋਕੋ ਜਾ ਕੇ। ਉਹ ਸਿੱਖਾਂ ਨੇ ਆ ਕੇ ਆਖਿਆ ਮਹਾਰਾਜ ਬੜੀ ਸੰਗਤ ਤੁਹਾਡੇ ਦਰਸ਼ਨਾਂ ਦੀ ਪਿਆਸੀ ਪਿੱਛੇ ਪਿੱਛੇ ਤੁਹਾਡੇ ਆ ਰਹੀ ਹੈ ਜੀ। ਲਾਘਵ ਕਰਤ ਪੰਥ ਮਹਿ ਆਵਤ, ਮਹਾਰਾਜ ਬੜੀ ਕਾਹਲੀ ਕਰਦੇ ਹੋਏ ਤੁਰੇ ਆ ਰਹੇ ਹਨ ਜੀ। ਸੁਨੀ ਤੁਮਾਰੀ ਸੁਧ ਉਤ ਜਾਵਤ। ਪਹਿਲਾਂ ਮਹਾਰਾਜ ਅਸੀਂ ਸਾਰੇ ਗਏ ਸਾਂ ਕੀਰਤਪੁਰ ਸਾਹਿਬ, ਉੱਥੋਂ ਪਤਾ ਲੱਗਿਆ ਸਾਨੂੰ ਵੀ ਆਪ ਤਾਂ ਕੀਰਤਪੁਰ ਸਾਹਿਬ ਤੋਂ 2-4 ਦਿਨ ਪਹਿਲਾਂ ਜਾਂ ਕੁਝ ਦਿਨ ਪਹਿਲਾਂ ਦਿੱਲੀ ਨੂੰ ਤੁਰ ਪਏ। ਤਾਂ ਕਰਕੇ ਮਹਾਰਾਜ ਫਿਰ ਸਾਨੂੰ ਪਤਾ ਲੱਗਿਆ ਵੀ ਆਪ ਜੀ ਇੱਧਰ ਨੂੰ ਆਏ ਹੋਏ ਹੋ। ਜਾਂ ਤੇ ਮਾਰਗ ਚਲਹਿ ਵਿਸਾਲਾ। ਤਾਂ ਕੀਰਤਪੁਰ ਸਾਹਿਬ ਤੋਂ ਮਗਰ ਮਗਰ ਮਹਾਰਾਜ ਸੰਗਤਾਂ ਤੁਰੀਆਂ ਆ ਰਹੀਆਂ। ਵੇਖੋ ਕਿੱਥੋਂ ਕਾਬਲ ਤੋਂ ਲੱਗੀਆਂ ਸੰਗਤਾਂ ਤੇ ਹੁਣ ਮਹਾਰਾਜ ਤੁਹਾਡੇ ਪਿੱਛੇ ਪਿੱਛੇ ਤੁਰੀਆਂ ਆ ਰਹੀਆਂ ਹਨ। ਇੱਕ ਦਿਨ ਟਿਕੋ ਮਿਲਹਿ ਤੁਮ ਨਾਲਾ। ਤੇ ਮਹਾਰਾਜ ਇੱਕ ਦਿਨ ਦਾ ਫਾਸਲਾ ਰਹਿ ਗਿਆ ਤੁਹਾਡਾ। ਜੇ ਤੁਸੀਂ ਗਾਂਹ ਤੁਰ ਪਏ ਤੇ ਓਨਾ ਹੀ ਫਾਸਲਾ ਰਹਿ ਜਾਣਾ। ਕਿਰਪਾ ਦੇ ਘਰ ਚ ਆਓ ਪਾਤਸ਼ਾਹ ਜੀ, ਇੱਕ ਦਿਨ ਆਪ ਜੀ ਹੋਰ ਇੱਥੇ ਟਿਕੇ ਰਹੋ ਜੀ। ਸੁਨ ਸਤਿਗੁਰ ਪਨ ਕੀਨ ਮੁਕਾਮੂ। ਸੁਣ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮੰਨ ਗਏ, ਕਹਿੰਦੇ ਚਲੋ ਠੀਕ ਹੈ ਕੱਲ ਤੱਕ ਅਸੀਂ ਰੁਕ ਜਾਂਦੇ, ਸੰਗਤਾਂ ਆ ਜਾਣ। ਇੱਕ ਦਿਨ ਮਹਾਰਾਜ ਨੇ ਇੱਥੇ ਡੇਰਾ ਪਾ ਲਿਆ ਹੈ। ਲਖ ਸੰਗਤ ਕੋ ਪ੍ਰੇਮ ਪਿਰਾਮੂ। ਵੀ ਚਲੋ ਸੰਗਤਾਂ ਦਾ ਡਾਢਾ ਪ੍ਰੇਮ ਹੈ। ਪ੍ਰੇਮ ਜਾਣ ਕੇ ਸੰਗਤਾਂ ਦਾ ਮਹਾਰਾਜ ਨਹੀਂ ਗਏ, ਇੱਕ ਦਿਨ ਹੋਰ ਰੁਕ ਗਏ ਹਨ। ਕਰਤ ਪ੍ਰਤੀਛਨ ਦਰਸ਼ਨ ਦਾਨ। ਇੰਨੇ ਨੂੰ ਸੰਗਤਾਂ ਦੀ ਉਡੀਕ ਮਹਾਰਾਜ ਕਰਨ ਲੱਗ ਪਏ ਵੀ ਚਲੋ ਸੰਗਤਾਂ ਆਉਣ ਤੇ ਦਰਸ਼ਨ ਕਰ ਲੈਣ, ਫੇਰ ਹੀ ਚਾਲਾ ਪਾਵਾਂਗੇ। ਕਰੁਣਾ ਭਰੇ ਰਸੀਲੇ ਨੈਣ। ਪਾਤਸ਼ਾਹ ਦੇ ਜਿਹੜੇ ਨੇਤਰ ਹੈ ਉਹ ਕਰਨਾ ਦੇ ਕਿਰਪਾ ਦੇ ਨਾਲ ਭਰੇ ਹੋਏ ਤੇ ਰਸ ਦੇ ਈਲੇ ਘਰ ਹਨ ਜੀ। ਦਿਵਸ ਆਗਲੇ ਸੰਗਤ ਆਈ। ਮਹਾਰਾਜ ਰੋਕ ਗਏ ਇੱਕ ਦਿਨ। ਅਗਲਾ ਦਿਨ ਚੜ੍ਹਿਆ ਤੇ ਉਹ ਸੰਗਤਾਂ ਵੇਲੇ ਨਾਲ ਹੀ ਤੁਰ ਪਈਆਂ ਤੇ ਹੱਲੇ ਨਾਲ ਸਤਿਗੁਰਾਂ ਦੇ ਪਾਸ ਪਹੁੰਚ ਗਈਆਂ ਨੇ। ਗਾਵਹਿ ਸ਼ਬਦ ਪ੍ਰੇਮ ਅਧਿਕਾਈ। ਬੜੇ ਪ੍ਰੇਮ ਨਾਲ ਸੰਗਤਾਂ ਸ਼ਬਦ ਗਾਉਂਦੀਆਂ ਆਉਂਦੀਆਂ ਨੇ, ਉੱਚੀ ਉੱਚੀ ਮਹਾਰਾਜ ਦੀ ਬਾਣੀ ਗੁਰਬਾਣੀ ਗਾਉਂਦੀਆਂ ਹੋਈਆਂ ਸੰਗਤਾਂ ਪਹੁੰਚ ਰਹੀਆਂ ਹਨ। ਵਜਹ ਮ੍ਰਿਦੰਗ ਸਤਾਰ ਦੁਤਾਰੇ। ਤੇ ਕੋਈ ਸਾਧ ਸੰਗ ਜੀ ਦੋ ਤਾਰਾ ਵਜਾਉਂਦਾ, ਜਿਵੇਂ ਕੋਈ ਸਰੰਦਾ, ਕਿਸੇ ਨੇ ਹੱਥ ਵਿੱਚ ਉਹ ਜਿਹੜੀ ਢੋਲਕੀ ਪਕੜੀ ਹੋਈ ਤੇ ਉੱਚੀ ਉੱਚੀ ਸੰਗਤ ਜਿਵੇਂ ਪ੍ਰਭਾਤ ਫੇਰੀਆਂ ਨਹੀਂ ਕੱਢਦੇ ਇੱਦਾਂ ਉੱਚੀ ਉੱਚੀ ਜਿਹੜਾ ਹੈ ਸੰਗਤਾਂ ਉਹ ਗੁਰੂ ਕੀ ਸੋਭਾ ਕੋਈ ਸ਼ਬਦ ਗਾਉਂਦੀਆਂ ਗਾਉਂਦੀਆਂ ਗੁਰੂ ਨਾਨਕ ਸਾਹਿਬ ਦੀ ਬਾਣੀ ਗਾਉਂਦੀਆਂ ਗਾਉਂਦੀਆਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਆ ਰਹੀਆਂ। ਮਰਿਆਦਾ ਹੈ ਵੀ ਜਦੋਂ ਸਾਧ ਸੰਗਤ ਜੀ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਜਦੋਂ ਕਿਤੇ ਦਰਸ਼ਨ ਮੇਲਾ ਕਰਨ ਜਾਣਾ, ਚਾਹੇ ਕਿਸੇ ਨਗਰ ਦੇ ਗੁਰਦੁਆਰੇ ਆਪਦੇ ਪਿੰਡ ਹੀ ਆਉਣਾ, ਜਦੋਂ ਘਰੋਂ ਤੁਰ ਪਓ ਉਦੋਂ ਵਾਹਿਗੁਰੂ 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 ਕਰਦੇ ਆਉਣਾ ਚਾਹੀਏ। ਜੇ ਕਿਤੇ ਦੂਰ ਤੀਰਥ 'ਤੇ ਗਏ ਹੋ, ਜਦੋਂ ਘਰੋਂ ਤੁਰ ਪਏ ਖਾਲਸਾ ਜੀ ਤੁਹਾਡਾ ਮੂੰਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ, ਜਿੱਥੇ ਵੀ ਜਾਓ ਮਾਨੋ ਅੰਮ੍ਰਿਤਸਰ ਸਾਹਿਬ ਚੱਲੇ ਹੋ ਤੇ ਜਦੋਂ ਘਰੋਂ ਤੁਰ ਪਏ ਤੁਹਾਡਾ ਹਾਜ਼ਰ ਉਦੋਂ ਹੀ ਲੱਗ ਗਿਆ ਜੇ ਮੂੰਹ ਵਿੱਚ ਵਾਹਿਗੁਰੂ ਵਾਹਿਗੁਰੂ ਹੈ। ਤੇ ਜੇ ਮੁੱਖ ਵਿੱਚ ਰਾਮ ਪਰਮੇਸ਼ਰ ਗੁਰੂ ਰਾਮਦਾਸ ਸਾਹਿਬ ਦਾ ਸਿਮਰਨ ਹੀ ਨਹੀਂ, ਚਾਹੇ ਤੁਸੀਂ ਉੱਥੇ ਹਾਜ਼ਰਾ ਵੀ ਭਾਰੋ ਤਾਂ ਵੀ ਕੋਈ ਬਹੁਤਾ ਜਿਹੜਾ ਹੈ ਉਹ ਲਾਹਾ ਨਹੀਂ ਪ੍ਰਾਪਤ ਹੋਏਗਾ। ਤੇ ਜਦੋਂ ਘਰੋਂ ਤੁਰ ਪਏ ਜੇ ਉਦੋਂ ਹੀ ਸਿੱਖ ਦੇ ਮੁੱਖ ਵਿੱਚ ਵਾਹਿਗੁਰੂ 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 ਸਿਮਰਨ ਹੋਵੇ, ਕੋਈ ਬਾਣੀ ਪੜ੍ਹਦਾ ਜਾਏ ਤੇ ਸਮਝੋ ਸਾਧ ਸੰਗਤ ਜੀ ਉਸੇ ਸਮੇਂ ਤੋਂ ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਸੀਸ ਭੇਟ ਕੀਤਾ ਹੈ। ਇਹ ਨਹੀਂ ਵੀ ਇੱਥੋਂ ਹਜ਼ੂਰ ਸਾਹਿਬ ਜਾਣਾ ਤੇ ਉੱਥੋਂ ਸਾਰੇ ਰਾਹ ਪਹਿਲਾਂ ਤਾਸ਼ ਖੇਡਦੇ ਜਾਣਾ, ਉੱਥੇ ਜਾ ਕੇ ਤੇ ਪੋਸਤ ਦੇ ਤੇ ਫੀਮ ਦੇ ਠੇਕੇ ਵਹਿੰਦੇ ਫਿਰਨਾ। ਇਹ ਕੋ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਕਰਦੀ ਖੁਸ਼ੀ ਪ੍ਰਾਪਤ ਕਰਨ ਦੇ ਲੱਛਣ ਨਹੀਂ। ਜਿਨ੍ਹਾਂ ਨੇ ਸਾਧ ਸੰਗਤ ਜੀ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਉਦੋਂ ਸਿੱਖ ਕੈਸੇ ਹੋਣਗੇ।
ਪੈਂਡਾ ਇੰਨਾ ਸੀ ਵੀ ਹਿਸਾਬ ਲਾ ਲਓ, ਜੇ ਇੱਥੋਂ ਦਰਬਾਰ ਸਾਹਿਬ ਵੀ ਜਾਣਾ ਹੁੰਦਾ ਸੀ ਉਹਨਾਂ ਦਿਨਾਂ 'ਚ ਜਿਹੜੇ ਪੁਰਾਣੇ ਬਜ਼ੁਰਗ ਜਾਂਦੇ ਤੇ ਮਹੀਨਾ ਲੱਗ ਜਾਂਦਾ ਸੀ ਆਉਣ ਜਾਣ ਤੇ ਫਿਰ ਕਿੰਨਾ ਸਬਰ ਸੀ, ਇੱਥੋਂ ਮਹੀਨਾ ਨਾਮ ਹੀ ਜਪਦੇ ਜਾਣਾ। ਹੁਣ ਮਸਾਂ 3 ਘੰਟੇ ਇੱਥੋਂ ਲੱਗਣ ਦਰਬਾਰ ਸਾਹਿਬ ਜਾਣਾ ਹੋਵੇ ਤੇ ਇਹ 3 ਘੰਟੇ ਵੀ ਕੋਈ ਨਾਮ ਨਹੀਂ ਜਪ ਕੇ ਖੁਸ਼, ਇੱਥੋਂ ਹੀ ਗੱਲਾਂ ਜੱਕੜਵਾਦ ਚੁਗਲੀ ਨਿੰਦਾ ਲੱਗ ਪੈਣੀ, ਇੱਥੋਂ ਕਰਦੇ ਤੁਰੇ ਜਾਣਾ। ਉੱਥੇ ਨਹਾ ਲਿਆ, ਸਰੋਵਰ ਦਾ ਇਸ਼ਨਾਨ ਕੀਤਾ ਤੇ ਉਵੇਂ ਹੀ ਨਿੰਦਾ ਕਰਦੇ ਕਰਦੇ 1 ਲੱਥੀ ਨਾਤਿਆ, 2 ਪਾ ਚੜੀਏ ਸਹੋਰ। ਐਸਾ ਤੀਰਥ ਮਹਾਰਾਜ ਦੇ ਘਰ ਨਹੀਂ ਪ੍ਰਮਾਣ ਖਾਲਸਾ ਜੀ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਨਾਮ ਹੀ ਵੱਡਾ ਤੀਰਥ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੀ, ਕੋ ਕਥਾ ਸੁਣੀ ਹੈ, ਉਹ ਤਾਂ ਗੁਰਮੁਖ ਫਿਰ ਇਹ ਮਰਿਆਦਾ ਦਾ ਖਿਆਲ ਰੱਖਦੇ ਵੀ ਮਣਾ ਵੀ ਕਿਹੜਾ ਜਾਇਆ ਜਾਂਦਾ, ਰੋਜ਼ ਜਦੋਂ ਜਾਈਏ ਫਿਰ ਚੱਜ ਨਾਲ ਜਾਈਏ, ਨਾ ਬੱਧਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ। ਜਿਹੜੀ ਬੱਧਾ ਚੱਟੀ ਕਰਨੀ ਖਾਲਸਾ ਜੀ, ਬੱਧਾ ਚੱਟੀ ਕਰਕੇ ਕੋਈ ਸਾਰੀ ਉਮਰ ਵੀ ਗੁਰੂ ਘਰ ਕੱਢ ਦੇਵੇ ਉਹਨੂੰ ਕੱਖ ਨਹੀਂ ਮਿਲੇਗਾ। ਪ੍ਰੇਮ ਦੇ ਨਾਲ ਸਾਧ ਸੰਗਤ ਜੀ ਕੋਈ ਨਮਸਕਾਰ ਹੀ ਮਹਾਰਾਜ ਨੂੰ ਕਰ ਲਵੇ, ਘਰੇ ਬਹਿ ਕੇ ਇੱਕ ਵਾਰੀ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯਾਦ ਕਰ ਲਵੇ, ਜਿਵੇਂ ਗਵਾਲੀਅਰ ਵਿੱਚ ਬੈਠੇ ਹੋਏ ਰਾਜਿਆਂ ਨੇ ਕੀਤਾ। ਉਹ ਸਿੱਖ ਵੀ ਨਹੀਂ ਸਨ, ਸਾਰੇ ਰਾਜੇ ਹਿੰਦੂ ਰਾਜੇ ਸਨ, ਪਰ ਮਹਾਰਾਜ 'ਤੇ ਭਾਵਨਾ ਆਈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਐਡੀ ਕਿਰਪਾ ਕੀਤੀ, ਉਹਨਾਂ ਨੂੰ ਰਿਹਾ ਕਰਵਾਇਆ। ਰਾਜ ਭਾਗ ਵੀ ਮਹਾਰਾਜ ਨੇ ਦੁਬਾਰਾ ਜਹਾਂਗੀਰ ਨੂੰ ਕਹਿ ਕੇ ਉਹਨਾਂ ਦੇ ਵਾਪਸ ਕਰਵਾਏ ਸਨਗੇ। ਤੋ ਉਹ ਗੋਬਿੰਦ ਭਾਉ ਭਗਤ ਦਾ ਭੁੱਖਾ, ਉਥੇ ਕੇਵਲ ਖਾਲਸਾ ਜੀ ਪ੍ਰੇਮ ਭੇਟਾ ਚੱਲਦੀ ਹੈ। ਪ੍ਰੇਮ ਦੇ ਨਾਲ ਹੀ ਗੁਰੂ ਗਰੀਬ ਨਵਾਜ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੋ ਇਹ ਸੰਗਤਾਂ ਵੇਖੋ ਜਦੋਂ ਤੁਰੀਆਂ ਕਾਬਲ ਕੰਧਾਰ ਤੋਂ ਤੇ ਗਲ ਵਿੱਚ ਉਹਨਾਂ ਨੇ ਢੋਲਕੀਆਂ ਪਾਈਆਂ ਹੋਈਆਂ, ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਿਮਰਨ ਕਰਦੀ ਹੋਈ ਸਾਰੀ ਸਾਧ ਸੰਗਤ ਮਾਈਆਂ ਭਾਈ ਟੋਲੇ ਬਨ ਕੇ ਜਥੇ ਬਨ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਆ ਰਹੇ ਹਨ। ਪਾਏ ਰਾਗ ਧਨ ਉੱਚ ਉਚਾਰੇ, ਤੇ ਰਾਗਾਂ ਵਿੱਚ ਉੱਚੀ ਉਚਾਰਦੇ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਰਦੇ ਆਉਂਦੇ ਆ। ਸਤਿਗੁਰ ਬੈਠੇ ਲਾਏ ਦੀਵਾਨ, ਇੱਧਰ ਜਦੋਂ ਪਹੁੰਚੀ ਸੰਗਤ, ਬਾਲਾ ਪ੍ਰੀਤਮ ਜੀ ਸੋਹਣਾ ਦੀਵਾਨ ਸਜਾ ਕੇ ਬੈਠੇ ਹੋਏ ਆ। ਝੂਲਤ ਝੰਡਾ ਚਮਕ ਮਹਾਨ, ਤੇ ਮਹਾਰਾਜ ਦੇ ਨਿਸ਼ਾਨ ਸਾਹਿਬ ਝੂਲ ਰਿਹਾ, ਗੱਡਿਆ ਹੋਇਆ ਪੰਡਾਲ ਜਿਵੇਂ ਮਹਾਰਾਜ ਦੀ ਹਜ਼ੂਰੀ 'ਚ ਇੱਥੇ ਲੱਗਾ ਨਾ, ਇੱਦਾਂ ਸਤਿਗੁਰਾਂ ਦੇ ਨਿਸ਼ਾਨ ਸਾਹਿਬ ਹਜ਼ੂਰੀ ਵਿੱਚ ਬੜਾ ਭਾਰੀ ਸੋਭ ਰਿਹਾ ਹੈ, ਝਮਕਦਾ ਹੈ, ਚਮਕਾ ਮਾਰਦਾ ਹੈ। ਚਵਰ ਟੁਰਾਵਤ ਚਾਰ ਚੰਦੋਵਾ, ਤੇ ਮਹਾਰਾਜ ਦੇ ਉੱਪਰ ਸੁੰਦਰ ਚੰਦੋਆ ਝੁੱਲਦਾ ਹੈ ਤੇ ਚੌਰ ਸਾਹਿਬ ਗੁਰਮੁਖ ਪਿਆਰੇ ਸੀਸ ਤੇ ਕਰਦੇ ਆ। ਬਾਜਤ ਨੌਬਤ ਨਾਦਤ ਹੋਵਾ, ਤੇ ਨਗਾਰੇ ਵੱਜਦੇ ਆ, ਸ਼ੰਖ ਵੱਜਦੇ ਆ, ਕੀਰਤਨ ਹੁੰਦਾ, ਬੜੀ ਸੋਭਾ ਹੈ ਸਤਿਗੁਰਾਂ ਦੇ ਦੀਵਾਨ ਦੀ। ਅਰਪਨ ਲਗੇ ਉਪਾਇਨ ਬ੍ਰਿੰਦ, ਇਹਨੇ ਨੂੰ ਸੰਗਤਾਂ ਆ ਗਈਆਂ ਕਾਬਲ ਤੋਂ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਰਜ ਕੀਤੇ ਸੰਗਤਾਂ ਨੇ ਤੇ ਮਹਾਰਾਜ ਦੇ ਚਰਨਾਂ ਤੇ ਭੇਟਾ ਰੱਖੀ ਦਰਸ਼ਨਾਂ ਦੀ। ਦਰਬ ਚੜਾਇਓ ਭਇਓ ਬਿਲੰਦ, ਤੇ ਵੰਦਨਾ ਕੀਤੀ ਮਹਾਰਾਜ ਨੂੰ ਬੇਅੰਤ ਮਾਇਆ, ਕਿਉਂਕਿ ਦਸਵੰਧ ਲਿਆਉਂਦੀ ਸੀ ਸੰਗਤ ਮਹਾਰਾਜ ਦੇ ਘਰ। ਐਡੇ ਢੇਰ ਮਾਇਆ ਦੇ ਬਸਤਰਾਂ ਦੇ, ਹੋਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਵਸਤੂਆਂ ਹੁੰਦੀਆਂ, ਰਾਜ ਸਾਜ, ਸਤਿਗੁਰਾਂ ਦੇ ਚਰਨੀ ਢੇਰ ਲੱਗ ਰਹੇ ਐ। ਹਾਥ ਜੋਰ ਅਰਦਾਸ ਕਰਨ ਤੇ, ਫਿਰ ਸਿੱਖ ਹੱਥ ਜੋੜਦੇ, ਪਹਿਲਾਂ ਭੇਟਾ ਰੱਖਦੇ, ਫਿਰ ਅਰਦਾਸ ਬੇਨਤੀ ਮਹਾਰਾਜ ਦੇ ਚਰਨੀ ਕਰਦੇ ਐ। ਨਿਜ ਨਿਜ ਕਾਮਨ ਸਗਲ ਕਹੰਤੇ, ਤੇ ਆਪੋ ਆਪਣੀਆਂ ਕਾਮਨਾ ਭਾਵਨਾ ਮਹਾਰਾਜ ਦੇ ਚਰਨੀ ਬੇਨਤੀ ਕਰਦੇ ਐ। ਜਥਾ ਜੋਗ ਸਤਿਗੁਰ ਸਭ ਕਈ, ਸਤਿਗੁਰਾਂ ਨੇ ਜਿਹੋ ਹੀ ਯੋਗਤਾ ਬਣਦੀ ਸਭ ਨੂੰ ਮਨ ਇੱਛੀਆਂ ਦਾਤਾਂ ਬਖਸ਼ੀਆਂ ਹਨ। ਸੰਗਤ ਕੋ ਵਿਦਾਇਗੀ ਦਈ, ਸਤਿਗੁਰਾਂ ਨੇ ਫਿਰ ਸੰਗਤਾਂ ਨੂੰ ਵਿਦਾਇਗੀ ਦੇ ਦਿੱਤੀ ਵੀ ਜਾਓ ਭਾਈ, ਹੁਣ ਦਰਸ਼ਨ ਹੋ ਗਏ, ਤੁਸੀਂ ਪਿਛਾਂ ਮੁੜ ਜਾਓ ਆਪਦੇ ਪਿੰਡਾਂ ਨੂੰ, ਅਸੀਂ ਗਾਂ ਦਿੱਲੀ ਜਾ ਰਹੇ ਹਾਂ। ਅਪਰ ਕਹੋ ਕਹਿ ਲਗ ਵਿਵਹਾਰ, ਕਵੀ ਰਾਜ ਕਹਿੰਦੇ ਵੀ ਕਿੱਥੋਂ ਕੁ ਤੱਕ ਦਸੀਏ ਤੁਹਾਨੂੰ ਵੀ ਕਿੰਨਾ ਕੁ ਸੰਗਤ ਪ੍ਰੇਮ ਕਰਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ। ਸਤਿਗੁਰ ਅਰ ਸਿੱਖਿਅਨ ਕੀ ਕਾਰ, ਸਿੱਖਾਂ ਤੇ ਸਤਿਗੁਰਾਂ ਦਾ ਕੈਸਾ ਪ੍ਰੇਮ ਕਾਰ ਹੈ, ਕਿਰਿਆ ਹੈ, ਇਹ ਦੱਸੀ ਨਹੀਂ ਜਾ ਸਕਦੀ ਹੈ ਜੀ। ਪੁਨ ਸਤਿਗੁਰ ਮਾਰਗ ਚੱਲ ਪਰੇ, ਇਥੋਂ ਸਾਧ ਸੰਗਤ ਜੀ ਬਾਲਾ ਪ੍ਰੀਤਮ ਫੇਰ ਅੱਗੇ ਨੂੰ ਰਸਤੇ ਤੁਰ ਪਏ ਹਨ। ਇੱਕ ਦੋ ਦਿਵਸ ਅਗਾਰੀ ਤੁਰੇ, 2 ਕੁ ਦਿਨ ਮਹਾਰਾਜ ਫੇਰ ਤੁਰਦੇ ਤੁਰਦੇ ਦਿੱਲੀ ਵਾਲੇ ਪਾਸੇ ਨੂੰ ਵਧੇ ਹੈ। ਚਲਤ ਚਲਤ ਆਏ ਤਿਸ ਥਾਏ, ਤੁਰਦੇ ਤੁਰਦੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸਾਧ ਸੰਗਤ ਜੀ ਏਦਾਂ ਐਸੀ ਇੱਕ ਜਗ੍ਹਾ ਤੇ ਆ ਪਹੁੰਚੇ ਹਨ, ਜਹ ਪੰਜੂਖਰਾ ਗ੍ਰਾਮ ਸੁਹਾਏ। ਇੱਥੇ ਇੱਕ ਪਿੰਡ ਆ ਜਿਹਦਾ ਨਾਂ ਹੈ ਪੰਜੋਖਰਾ, ਹੁਣ ਨੂੰ ਆਪਾਂ ਸ੍ਰੀ ਪੰਜੋਖਰਾ ਸਾਹਿਬ ਕਹਿੰਦੇ ਹਾਂ। ਬਾਲਾ ਪ੍ਰੀਤਮ ਤੁਰਦੇ ਤੁਰਦੇ ਜਿੱਥੇ ਪੰਜੋਖਰਾ ਨਾਮ ਦਾ ਨਗਰ ਹੈ,
ਸਤਿਗੁਰੂ ਜੀ ਇੱਥੇ ਆ ਪਹੁੰਚੇ ਹਨ। ਡੇਰਾ ਕਰਿਓ ਆਏ ਕਰ ਜਬੈ। ਮਹਾਰਾਜ ਨੇ ਨਗਰ ਦੇ ਬਾਹਰ ਸਾਧ ਸੰਗਤ ਜੀ ਡੇਰਾ ਪਾ ਲਿਆ, ਉੱਥੇ ਆਪਦਾ ਪੜਾ ਪਾ ਲਿਆ ਹੈ। ਰਾਤ ਹੋ ਗਈ ਸੀ, ਸ਼ਾਮ ਪੈ ਗਈ, ਮਹਾਰਾਜ ਨੇ ਤੰਬੂ ਲਗਵਾ ਲਏ ਹਨ। ਸਿੱਖ ਵਿਦੇਸੀ ਪਹੁੰਚਿਓ ਤਬੈ। ਇੰਨੇ ਨੂੰ ਵਿਦੇਸ਼ ਦੇ ਸਿੱਖ ਸੀ, ਜਿਵੇਂ ਕੋਈ ਕਾਬਲ ਕੰਧਾਰ ਜਾਂ ਕੋਈ ਮਲਤਾਨ ਤੋਂ। ਇਹ ਸਿੱਖ ਹਾਲੇ ਜਦੋਂ ਮਹਾਰਾਜ ਰੁਕੇ ਤੇ ਇੱਕ ਸਿੱਖ, 2-4 ਸਿੱਖ ਕਹੋ, ਘੋੜੇ ਲੈ ਕੇ ਤੇ ਮਹਾਰਾਜ ਦੇ ਪਾਸ ਪਹੁੰਚ ਗਏ ਹਨ। ਖਰੇ ਹੋਏ ਅਰਦਾਸ ਉਚਾਰੀ। ਇਹਨਾਂ ਨੇ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੱਗੇ ਖੜੇ ਹੋ ਕੇ ਅਰਦਾਸ ਕੀਤੀ ਹੈ। ਗੁਰ ਜੀ ਸੰਗਤ ਆਵਤ ਭਾਰੀ। ਮਹਾਰਾਜ ਅਸੀਂ ਤਾਂ ਤੁਹਾਡੇ ਪਿੱਛੇ ਪਿੱਛੇ ਤੁਰੇ ਆਉਣੇ, ਤੁਸੀਂ ਉਹਨਾਂ ਕੁ ਗਾਂਹ ਨਿਕਲ ਜਾਂਦੇ ਹੋ। ਬੜੀ ਸੰਗਤ ਮਹਾਰਾਜ ਪਿੱਛੇ ਆ ਰਹੀ ਹੈ ਜੀ। ਇੱਕ ਦਿਨ ਇਹਾ ਮੁਕਾਮ ਕਰੀ ਤੇ ਜਾ। ਕਿਰਪਾ ਕਰੋ ਮਹਾਰਾਜ, ਇੱਕ ਦਿਨ ਹੋਰ ਆਪ ਜੀ ਇੱਥੇ ਟਿਕ ਰਹੋ ਜੀ। ਇੱਕ ਦਿਨ ਦਾ ਫਾਸਲਾ ਤੇ ਸਵੇਰੇ ਸੰਗਤਾਂ ਪਹੁੰਚ ਜਾਣਗੀਆਂ। ਪ੍ਰੇਮੀ ਸਿੱਖਿਆ ਨ ਦਰਸ਼ਨ ਦੀਜੈ। ਮਹਾਰਾਜ ਤੁਹਾਡੇ ਸਿੱਖ ਜਿਹੜੇ ਪ੍ਰੇਮੀ ਹੈ, ਕਿਰਪਾ ਕਰਕੇ ਉਹਨਾਂ ਪ੍ਰੇਮੀ ਸਿੱਖਾਂ ਨੂੰ ਦਰਸ਼ਨ ਬਖਸ਼ ਦਿਓ। ਇੱਕ ਦਿਨ ਆਪ ਜੀ ਹੋਰ ਇੱਥੇ ਰੁਕੇ ਰਹੋ ਜੀ। ਸੁਨ ਸ੍ਰੀ ਸਤਿਗੁਰ ਹਿਰਦੇ ਵਿਚਾਰੀ। ਏਦਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਦੋਂ ਸੁਣਿਆ ਵੀ ਤਾਂ ਰੋਜ਼ ਹੀ ਸੰਗਤਾਂ ਸਾਨੂੰ ਬੇਨਤੀ ਕਰ ਦਿੰਦੀ ਹੈ, ਮਹਾਰਾਜ ਅੱਜ ਨਾ ਜਾਓ, ਪਿੱਛੇ ਸੰਗਤ ਆ ਰਹੀ, ਉਹ ਰੁਕ ਜਾਓ, ਦਰਸ਼ਨ ਕਰਕੇ ਪਿਛਾਂ ਮੁੜ ਜਾਏਗੀ। ਸਤਿਗੁਰਾਂ ਜਦੋਂ ਏਦਾਂ ਵਿਚਾਰਿਆ ਹੈ ਨਿਤ ਪ੍ਰਤ ਸੰਗਤ ਪਹੁੰਚਤ ਭਾਰੀ। ਵੀ ਸੰਗਤ ਤਾਂ ਆਈ ਜਾਣੀ, ਭਾਵੇਂ ਦਿੱਲੀ ਵੀ ਪਹੁੰਚ ਜਾਈਏ ਸੰਗਤਾਂ, ਨਾਲੇ ਆਪ ਸੰਗਤਾਂ ਔਖੀਆਂ ਹੁੰਦੀਆਂ, ਮਗਰ ਮਗਰ ਤੁਰੀਆਂ ਆਉਂਦੀਆਂ, ਤੇ ਸੰਗਤ ਰੋਜ਼ ਦੀ ਰੋਜ਼ ਬਹੁਤ ਆ ਰਹੀ ਹੈ। ਖਰਿਆ ਜੇ ਪਿੱਛੇ ਕਿੰਨੀਆਂ ਕੁ ਸੰਗਤਾਂ, ਨਾ ਤਾਂ ਪਿਛਾਂ ਮੁੜਨ ਜੋਗਾ ਹੁਣ ਸੰਗਤ ਜਿਹੜੀ, ਮੰਨ ਲਓ ਕੋਈ ਕਸ਼ਮੀਰ ਤੋਂ ਤੁਰਿਆ, ਹੁਣ ਜੇ 10-20 ਕੋ ਮਹਾਰਾਜ ਗਾਂਹ ਨੇ ਤੇ ਫਿਰ ਪਿਛਾਂ ਕਿਹਨੇ ਮੁੜ ਕੇ ਜਾਣਾ, ਮਗਰ ਹੀ ਜਾਣਗੇ ਵੀ ਹੁਣ ਦਰਸ਼ਨ ਕਰਕੇ ਹੀ ਮੁੜੀਏ। ਤਾਂ ਮਹਾਰਾਜ ਨੇ ਐਸੀ ਸੰਗਤਾਂ ਦੀ ਜਦੋਂ ਕਿਰਿਆ ਵਿਚਾਰੀ ਹੈ ਜੀ। ਹਮਕੋ ਗਮਨਤ ਸੁਨ ਬਹੁਤ ਆਵੈ। ਮਹਾਰਾਜ ਨੇ ਆਖਿਆ ਵੀ ਸਾਡਾ ਪੈਂਡਾ ਬਹੁਤ ਪਿਆ, ਤੇ ਇਸ ਤਰ੍ਹਾਂ ਜੇ ਵਾਰ-ਵਾਰ ਰੁਕਦੇ ਰਵਾਂਗੇ ਤੇ ਰੁਕਦੇ, ਫਿਰ ਕਦੋਂ ਅਸੀਂ ਦਿੱਲੀ ਪਹੁੰਚਾਂਗੇ। ਬਾਰਗ ਬਿਖੈ ਸ਼ਰਮਤ ਅਕੁਲਾਵੈ। ਤੇ ਫਿਰ ਸੰਗਤਾਂ ਵੀ ਥੱਕ ਰਹੀਆਂ ਨੇ, ਤੇ ਪੈਂਡਾ ਅਸੀਂ ਗਾਂਹ ਤੁਰ ਰਹੇ ਹਾਂ, ਤੇ ਸੰਗਤਾਂ ਮਗਰ ਥੱਕਦੀਆਂ ਵਿਚਾਰੀਆਂ ਕਿੱਥੋਂ ਤੁਰ ਕੇ ਆਉਂਦੀਆਂ ਹਨ। ਯਹਾਂ ਤੇ ਕੁਛ ਉਪਾਏ ਅਸ ਕੀਜੈ। ਮਹਾਰਾਜ ਨੇ ਮਨ ਚ ਆਖਿਆ ਵੀ ਸਾਨੂੰ ਕੁਝ ਢੰਗ ਕਰਨਾ ਚਾਹੀਦਾ ਵੀ ਜਿਹਦੇ ਨਾਲ ਸੰਗਤ ਵੀ ਖੱਜਲ ਨਾ ਹੋਵੇ, ਅਸੀਂ ਵੀ ਚੁੱਪਚਾਪ ਦਿੱਲੀ ਨੂੰ ਚਲੇ ਜਾਈਏ ਜੀ। ਸਭ ਸਿੱਖਿਆ ਨ ਕਹਿ ਬਾਕ ਤਿਥਿ ਰੀਜੈ। ਤੇ ਸਾਰੇ ਸਿੱਖਾਂ ਨੂੰ ਕੋਈ ਐਸਾ ਬਚਨ ਕਰ ਦਈਏ ਅਸੀਂ ਵੀ ਸੰਗਤ ਟਿਕ ਜਾਵੇ, ਫਿਰ ਸਾਡੇ ਮਗਰ ਨਾ ਭੱਜੀ ਫਿਰੇ। ਇਤਨੇ ਮਹਿਜ ਸਿੰਘ ਕੋ ਦੂਤ। ਇਹ ਮਹਾਰਾਜ ਅਜੇ ਮਨ ਚ ਵਿਚਾਰ ਰਹੇ ਸੀ। ਇਹਨੇ ਨੂੰ ਸਾਧ ਸੰਗਤ ਜੀ ਜੈ ਸਿੰਘ ਰਾਜੇ ਦਾ ਜਿਹੜਾ ਦੂਤ ਹੈ, ਉਹ ਹੀ ਲੈਣ ਆਇਆ ਨਾ ਮਹਾਰਾਜ ਨੂੰ ਵੀ ਮਹਾਰਾਜ ਦਿੱਲੀ ਚੱਲੋ। ਰਾਜੇ ਜੈ ਸਿੰਘ ਨੇ ਜਿਹੜਾ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਹੈ ਸਾਧ ਸੰਗਤ ਜੀ, ਇਹ ਰਾਜੇ ਜੈ ਸਿੰਘ ਦਾ ਘਰ ਸੀਗਾ। ਇਹਨੇ ਆਖਿਆ ਸੀ ਵੀ ਮਹਾਰਾਜ ਦੇ ਘਰ ਬੱਚਾ ਬਾਲਕ ਨਹੀਂ ਹੈ ਸੀ ਕੋਈ, ਤੇ ਮਹਾਰਾਜ ਦੇ ਚਰਨ ਪਰਸਨੇ ਸਨ ਇਹਨੇ। ਉਹ ਚਲੋ ਪਿੱਛੇ ਕਥਾ ਆਪ ਜੀ ਨੇ ਸੁਣੀ ਹੈ। ਉਹ ਰਾਜੇ ਜੈ ਸਿੰਘ ਨੇ ਜਿਹੜਾ ਪਰਸਰਾਮ ਨਾਮ ਦਾ ਬੰਦਾ ਘੱਲਿਆ ਸੀ ਮਹਾਰਾਜ ਨੂੰ ਲੈਣ ਵਾਸਤੇ। ਉਹ ਮਹਾਰਾਜ ਵਿਚਾਰ ਹੀ ਰਹੇ ਸੀ ਵੀ ਅਸੀਂ ਗਾਂਹ ਜਾਣਾ ਹੈ, ਪੈਂਡਾ ਬਹੁਤ ਪਿਆ ਅਜੇ, ਤੇ ਸੰਗਤਾਂ ਤੋਂ ਤੁਰੀਆਂ ਹੀ ਆਉਂਦੀਆਂ, ਕੀ ਕਰੀਏ। ਇੰਨੇ ਨੂੰ ਉਹ ਜਿਹੜਾ ਦੂਤ ਸੀ ਮਹਾਰਾਜ ਦੇ ਤੰਬੂ 'ਚ ਨਾਲ ਹੀ ਰਹਿੰਦਾ ਸੀ ਲਾਗੇ ਹੀ, ਉਹ ਮਹਾਰਾਜ ਦੇ ਦਰਸ਼ਨ ਕਰਨ ਆ ਪਹੁੰਚਾ ਹੈ। ਆਇਓ ਜਹਾਂ ਬੈਠੇ ਗੁਰਪੂਤ। ਜਿੱਥੇ ਪੂਰੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬੈਠੇ ਹੋਏ, ਉੱਥੇ ਇਹ ਮਹਾਰਾਜ ਦੇ ਕੋਲਾ ਪਹੁੰਚਾ ਹੈ। ਨਮਸਕਾਰ ਕਰ ਬੈਸਿਓ ਪਾਸ। ਇਹਨੇ ਆ ਕੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਤੇ ਲਾਗੇ ਬੈਠ ਗਿਆ ਹੈ। ਹਾਥ ਬੰਦ ਬੋਲਿਓ ਅਰਦਾਸ। ਬੋਲਿਓ ਅਰਦਾਸ, ਇਹਨੇ ਹੱਥ ਜੋੜੇ, ਹੱਥ ਜੋੜ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੇਨਤਾ ਕੀਤਾ ਹੈ। ਕੀਰਤਪੁਰ ਤੇ ਜਬ ਨਿਕਸਾਏ। ਆਖਿਆ ਸੱਚੇ ਪਾਤਸ਼ਾਹ ਜੀ, ਵੇਖੋ ਮਹਾਰਾਜ ਆਪ ਜੀ ਜਦੋਂ ਸ੍ਰੀ ਕੀਰਤਪੁਰ ਸਾਹਿਬ ਤੋਂ ਨਿਕਲੇ ਸੋ ਕੀਤਿਕ ਦਿਵਸ ਮੁਕਾਮ ਬਿਤਾਏ। ਵੇਖੋ ਕਿੰਨੇ ਦਿਨ ਤਾਂ ਆਪਾਂ ਨੂੰ ਰਾਹ 'ਚ ਹੀ ਲੰਘ ਗਏ ਆ। ਤੁਸੀਂ ਇੱਕ ਦਿਨ ਤੁਰਦੇ ਹੋ ਤੇ 2 ਦਿਨ ਫਿਰ ਰੁਕੇ ਰਹਿੰਦੇ ਹੋ ਪਾਤਸ਼ਾਹ ਜੀ। ਗਰੀਬ ਨਵਾਜ ਕਿੰਨੇ ਦਿਨ ਮਹਾਰਾਜ ਆਪਾਂ ਨੂੰ ਰਾਹ ਵਿੱਚ ਲੰਘ ਗਏ ਹਨ। ਇਸ ਪ੍ਰਕਾਰ ਪਹੁੰਚ ਹੈ ਕਬ ਜਾ ਕੇ। ਤੇ ਜੇ ਐ ਰੋਕ ਕੇ ਆਪਾਂ ਗਏ ਤੇ ਦਿੱਲੀ ਮਹਾਰਾਜ ਕਦੋਂ ਪਹੁੰਚਾਂਗੇ, ਤਾਂ ਬਹੁਤ ਦੇਰ ਲੱਗ ਜਾਣੀ ਪਾਤਸ਼ਾਹ। ਦਿੱਲੀ ਜਾਣ ਤੇ ਬੜੇ ਦਿਨ ਬਤੀਤ ਹੋਣਗੇ। ਮਗ ਮਹ ਦੇਹੁ ਬਹੁ ਕਾਲ ਬਿਤੈ ਕੇ। ਤੇ ਮਹਾਰਾਜ ਆਪ ਜੀ ਹੁਣ ਕੋਈ ਕਿਰਪਾ ਕਰੋ, ਹੁਣ ਤਾਂ ਰਸਤਾ ਅਜੇ ਬਹੁਤ ਪਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਚਲੋ ਚੱਲੀਏ, ਆਪਾਂ ਥੋੜੀ ਜਿਹੀ ਕਾਹਲੀ ਕਰੀਏ, ਰਸਤੇ ਵਿੱਚ ਦਿਨ ਨਾ ਲੰਘਾਓ ਜੀ, ਬੜਾ ਸਮਾਂ ਹੋ ਗਿਆ। ਉਥੇ ਰਾਜਾ ਡੀਕਦਾ ਹੈ ਜੀ। ਚਾਹੁੰਦਿਸ ਕੀ ਗਨ ਸੰਗਤ ਆਵੈ। ਕਿਉਂਕਿ ਇੱਥੇ ਤਾਂ ਮਹਾਰਾਜ ਹੁਣ ਕਲਾ ਬਣੀ ਰਹਿਣੀ, 4 ਚਫੇਰਿਓਂ ਸੰਗਤਾਂ ਆਈ ਜਾਂਦੀਆਂ, ਤੁਸੀਂ ਤੁਰਦੇ ਹੀ ਨਹੀਂ, ਥੋੜਾ ਜਿਹਾ ਤੁਰਦੇ ਉਹਨਾਂ ਨੂੰ ਸੰਗਤ ਆ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰੋ ਜੀ। ਸਭ ਦਰਸ਼ਨ ਚਿਤ ਚਾਹਤ ਧਾਵੈ। ਉਹ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮਹਾਰਾਜ, ਸਤਿਗੁਰੂ ਜੀ ਕਿਰਪਾ ਕਰੋ, ਸਾਡਾ ਦਿਲ ਕਰਦਾ ਆਪਾਂ ਹੱਲਾ ਕਰੀਏ।
ਤੇ ਆਪਾਂ ਛੇਤੀ ਤੋਂ ਛੇਤੀ ਆਪ ਜੀ ਕਿਰਪਾ ਕਰੋ ਤੇ ਪਹੁੰਚੀਏ, ਆਪਾਂ ਆਪਣਾ ਦਿੱਲੀ ਨੂੰ ਛੇਤੀ ਚਾਲਾ ਪਾਈਏ ਜੀ। ਕਰਹੁ ਉਪਾਉ ਆਪ ਕੋ ਐਸੇ। ਤੇ ਮਹਾਰਾਜ ਕੋਈ ਇਹੋ ਜਿਹਾ ਉਪਾਅ ਕਰੋ ਸੱਚੇ ਪਾਤਸ਼ਾਹ ਜੀ, ਕੋਈ ਇਹੋ ਜੀ ਕਿਰਪਾ ਕਰੋ ਜੀ। ਮਗ ਮਹਿ ਬਹੁ ਦਿਨ ਬਿਤਹ ਨ ਜੈਸੇ। ਵੀ ਰਸਤੇ ਵਿੱਚ ਨਾ ਟਾਈਮ ਲੰਘੀ ਜਾਵੇ, ਅੱਗੇ ਹੀ ਬੜਾ ਸਮਾਂ ਹੋ ਗਿਆ, ਮਹੀਨਾ ਹੋ ਚੱਲਿਆ ਮਹਾਰਾਜ ਆਪਾਂ ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ਤੁਰਿਆ ਹੋਇਆਂ। ਸੁਨ ਸਤਿਗੁਰ ਨੇ ਧੀਰਜ ਦੀਨਿਓ। ਸਾਧ ਸੰਗਤ ਜੀ, ਰਾਜੇ ਜੈ ਸਿੰਘ ਦੇ ਦੂਤ ਤੋਂ ਸੁਣ ਕੇ ਬਾਲਾ ਪ੍ਰੀਤਮ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਫਿਰ ਇਹਨੂੰ ਧੀਰਜ ਦਿੰਦਿਆਂ ਆਖਿਆ ਹੈ, ਮਹੀ ਕਰਹ ਜਥਾ ਤੁਮ ਚੀਨਿਓ। ਮਹਾਰਾਜ ਕਹਿੰਦੇ ਚੰਗਾ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਲੈ ਅਸੀਂ ਹੁਣ ਉਦਾਂ ਹੀ ਕਰਾਂਗੇ। ਉਤਰਿਓ ਹੁਤੋ ਜਹਾਂ ਸਭ ਡੇਰਾ। ਜਿੱਥੇ ਸਾਡਾ ਇੱਥੇ ਮਹਾਰਾਜ ਦਾ ਸਾਧ ਸੰਗਤ ਜੀ ਡੇਰਾ ਉਤਰਿਆ ਸੀ ਨਾ ਪੰਜੋਖਰਾ ਸਾਹਿਬ, ਇੱਥੇ ਮਹਾਰਾਜ ਦਾ ਜਿੱਥੇ ਸਾਰਾ ਤੰਬੂ ਡੇਰਾ ਲੱਗਿਆ ਹੋਇਆ ਹੈ, ਤਹ ਸਿਕਤਾ ਸਰ ਸੁੰਦਰ ਹੀਰਾ। ਤੇ ਉਥੇ ਰੇਤਾ, ਉਹ ਰੇਤਲਾ ਜਿਹਾ ਇਲਾਕਾ ਆ ਉੱਥੇ। ਤੇ ਉਹ ਸਾਧ ਸੰਗਤ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਜਦੋਂ ਦੂਤ ਨੇ ਬੇਨਤੀ ਕੀਤੀ, ਮਹਾਰਾਜ ਵੀ ਆਪਾਂ ਚੱਲੀਏ, ਬੜੇ ਦਿਨ ਇੱਥੇ ਹੀ ਲੰਘ ਗਏ ਤੇ ਫਿਰ ਸੰਗਤਾਂ ਤਾਂ ਆਈ ਜਾਣੀਆਂ, ਕਿੰਨਾ ਕੁ ਚਿਰ ਰੁਕਾਂਗੇ ਆਪਾਂ। ਮਹਾਰਾਜ ਕਹਿੰਦੇ ਲੈ ਤੇਰੀ ਇੱਛਾ ਪੂਰੀ ਕਰ ਦਿੰਦੇ ਆ। ਉੱਥੇ ਜਿਵੇਂ ਰੇਤਾ, ਉਹ ਰੇਤਲਾ ਜਿਹਾ ਇਲਾਕਾ, ਉੱਥੇ ਰੇਤਾ ਪਿਆ ਸੀਗਾ। ਸਤਿਗੁਰਾਂ ਨੇ ਸੋਹਣਾ ਰੇਤਾ, ਜਿਵੇਂ ਵਿਹਲੇ ਜੇ ਥਾਂ ਤੇ ਟਿੱਬੇ ਹੀ ਸਨ ਪਹਿਲਾਂ, ਜਾੜਾਂ ਹੀ ਸੀ, ਉਹ ਖੁੱਲੀ ਥਾਂ ਤੇ ਰੇਤਾ ਖੁੱਲਾ ਵੇਖਿਆ ਹੈ। ਸ੍ਰੀ ਸਤਿਗੁਰ ਚੱਲ ਤਿਸ ਥਲ ਬੈਸੇ। ਤੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਾ ਕੇ ਰੇਤੇ ਦੀ ਢੇਰੀ ਉੱਪਰ ਬੈਠ ਗਏ ਹਨ। ਖੇਲਣ ਲਗੇ ਅਪਰ ਸਿਸ ਜੈਸੇ। ਜਿਵੇਂ ਨਿਆਣੇ ਨਹੀਂ ਖੇਡਦੇ, ਕਿਉਂਕਿ ਮਹਾਰਾਜ ਦੀ ਉਮਰ ਮਸਾਂ 5.25 ਸਾਲ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ। ਜਿਵੇਂ ਛੋਟੇ ਨਿਆਣੇ ਖੇਡਦੇ ਆ, ਮਹਾਰਾਜ ਰੇਤੇ ਦੇ ਉੱਪਰ ਬਹਿ ਕੇ ਤੇ ਖੇਡਣ ਲੱਗ ਪਏ ਹਨ। ਸਹਤ ਵਿਭੂਖਣ ਕੋਮਲ ਹਾਥ। ਮਹਾਰਾਜ ਦੇ ਹੱਥ ਬੜੇ ਕੋਮਲ ਹੈ, ਹੱਥਾਂ ਵਿੱਚ ਸੋਹਣੇ ਕੜੇ ਭਾਰੇ ਜਿਹੜੇ ਆ ਸੋਨੇ ਦੇ ਪਾਏ ਹੋਏ ਆ, ਤੇ ਸੀਸ ਤੇ ਕਲਗੀ ਸੋਭਦੀ, ਗਲ ਵਿੱਚ ਮੋਤੀਆਂ ਦਾ ਹਾਰ ਹੈ। ਸੱਚੇ ਪਾਤਸ਼ਾਹ ਦਾ ਬਾਲਕ ਸਰੂਪ ਬੜਾ ਸੋਹਣਾ ਗਹਿਣਿਆਂ ਨਾਲ ਲੱਦਿਆ ਸੁਭਾਏਮਾਨ ਹੋ ਰਿਹਾ ਹੈ। ਸੁਭ ਕੰਚਨ ਕੇ ਹੀਰਨ ਸਾਥ। ਤੇ ਸੋਹਣੇ ਕੜੇ ਮਹਾਰਾਜ ਦੇ ਹੱਥ ਵਿੱਚ ਸੋਹਣੇ ਸੋਨੇ ਸੁੱਧ ਦੇ ਪਾਏ ਹੋਏ, ਵਿੱਚ ਹੀਰੇ ਮੋਤੀ ਜਵਾਹਰਾਤ ਜੜੇ ਹੋਏ ਹਨ। ਸਿਕਤਾ ਲਗੇ ਸਕੇਲਨ ਰਾਸ। ਤੇ ਮਹਾਰਾਜ ਨਾ ਉਹ ਜਿਹੜੀ ਰੇਤਾ ਸੀ, ਉਹ ਜਿਵੇਂ ਬੱਚੇ ਨਹੀਂ ਖੇਡ ਕੇ ਟਿੱਬਾ ਬਣਾਉਂਦੇ ਰੇਤ ਦਾ, ਬਾਲਾ ਪ੍ਰੀਤਮ ਉਹ ਸਾਰੀ ਰੇਤਾ ਉੱਥੋਂ ਇਕੱਠੀ ਕਰ ਕਰਕੇ ਤੇ ਢੇਰੀ ਨਿੱਕੀ ਜੀ ਢੇਰ ਜਿਹਾ ਬਣਾਈ ਜਾਂਦੇ ਆ, ਇਕੱਠੀ ਕਰੀ ਜਾਂਦੇ ਹਨ। ਪਸਰਿਓ ਪਰਿਓ ਪ੍ਰਿਥੀ ਚਹੁ ਉਹ ਪਾਸ। ਚਾਰ ਚਫੇਰੇ ਜਿੰਨਾ ਰੇਤਾ ਜਿਹਾ ਖਿਲਰਿਆ ਪਿਆ ਸੀ, ਉਹ ਸਾਰਾ ਮਹਾਰਾਜ ਨੇ ਹੱਥ ਨਾਲ ਹੌਲੀ ਹੌਲੀ ਬੁੱਕਾਂ ਭਰ ਭਰ ਕਿਤੇ ਕਿਥਾਂ ਢੇਰ ਲਾ ਦਿੱਤਾ, ਛੋਟੀ ਜੀ ਢੇਰੀ ਜੀ ਬਣਾ ਦਿੱਤੀ ਹੈ। ਇਤੋਤ ਹਾਸ ਚਲਾਏ ਚਲਾਏ। ਤੇ ਏਦਾਂ ਖੱਬੇ ਸੱਜਿਓਂ ਹੱਥ ਇਕੱਠਾ ਕਰ ਕਰਕੇ ਉਹ ਢੇਰੀ ਲਾਈ ਤੁਰੇ ਜਾਂਦੇ ਆ, ਏਦਾਂ ਕਰੀ ਜਾ ਰਹੇ ਹਨ ਜਿਵੇਂ ਨਿਆਣੇ ਰੇਤੇ ਵਿੱਚ ਖੇਡਦੇ ਆ। ਕਰਿਓ ਢੇਰ ਉੱਚੋ ਤਿਸ ਥਾਏ। ਤੇ ਉੱਚਾ ਢੇਰ ਬਣਾ ਦਿੱਤਾ ਮਰ ਨੇ, ਜਿਵੇਂ ਆਪਦੇ ਕੱਦ ਨਾਲੋਂ ਥੋੜਾ ਜਿਹਾ ਘੱਟ, ਜਿਵੇਂ 5 ਸਾਲ ਦਾ ਬੱਚਾ ਉਹਦੇ ਲੱਕ ਦੇ ਬੰਨਕ ਦਾ ਬਣ ਜਾਵੇ, ਏਡਾ ਕੋ ਢੇਰ ਮਹਾਰਾਜ ਨੇ ਰੇਤੇ ਦਾ ਹੱਥਾਂ ਨਾਲ ਲਾ ਦਿੱਤਾ ਹੈ। ਚਾਹੋਂ ਦਿਸ ਤੇ ਨਿਜ ਕਰ ਸੋਹ ਪ੍ਰੇਰਤ। ਤੇ ਏਦਾਂ ਫਿਰ ਮਹਾਰਾਜ ਜਿੰਨੇ ਸੰਗਤ ਖੜੀ ਸੀ ਨਾ ਚਾਰ ਚਫੇਰੇ ਉੱਥੇ ਪੰਜੋਖਰਾ ਸਾਹਿਬ, ਸਤਿਗੁਰਾਂ ਆਵਾਜ਼ਾਂ ਮਾਰ ਮਾਰ ਵੀ ਇੱਥੇ ਆਓ ਛੇਤੀ ਹੱਲੇ ਨਾਲ, ਸਾਰੀ ਸੰਗਤ ਆਪਦੇ ਲਾਗੇ ਇਕੱਠੀ ਕਰ ਲਈ ਹੈ। ਇਕ ਸਮ ਕਰਿਓ ਦਾਸ ਗਨ ਹੀਰਤ। ਤੇ ਸਾਰੇ ਸਿੱਖ ਇਕੱਠੇ ਕਰ ਲਏ, ਤੇ ਉਹਦਾ ਟਿੱਬਾ ਜਿਹਾ ਬਣਾਇਆ ਰੇਤੇ ਦਾ, ਜਮਾਂ ਹੱਥਾਂ ਨਾਲ ਗੋਲ ਕਰ ਲਿਆ, ਤੇ ਉਹਦੀ ਚੋਟੀ ਕੱਢ ਦਿੱਤੀ ਹੈ। ਜਾਂਦਾ ਹਾਂ ਬਾਲਕ ਲੀਲਾ ਕਰਹੀ। ਹੁਣ ਮਹਾਰਾਜ ਉਹ ਜਿਹੜੇ ਸਿੱਖ ਸੀ ਨਾ, ਉਹ ਸਮਝਦੇ ਵੀ ਉਮਰ ਥੋੜੀ ਆ, 5.25 ਸਾਲ ਦੇ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਜਿਵੇਂ ਬੱਚੇ ਖੇਡਦੇ ਆ ਢੇਰ ਲਾਉਣ, ਇਹ ਰੇਤੇ ਦਾ ਢੇਰ ਲਾ ਕੇ ਤੇ ਖੇਡਦੇ ਪਏ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਸਿੱਖ ਜਿਹੜੇ ਹੱਸਣ ਮਹਾਰਾਜ ਨੂੰ ਵੇਖ ਕੇ ਵੀ ਜਿਵੇਂ ਬੱਚੇ ਖੇਡਦੇ ਆ, ਵੀ ਛੋਟੀ ਉਮਰ ਆ ਨਾ, ਗੁਰਤਾ ਗੱਦੀ ਮਿਲੀ ਹੋਈ, ਉਹ ਕਹਿੰਦੇ ਜਿਵੇਂ ਨਿਆਣਾ ਖੇਡਦਾ ਹੈ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਖੋਰੇ ਦੂਜੇ ਬੱਚਿਆਂ ਵਾਂਗਰਾਂ ਰੇਤੇ 'ਚ ਖੇਡ ਰਹੇ ਹਨ। ਕੋ ਬੈਠੋ ਕੋ ਖਰੋ ਨਿਹਰਹੀ। ਤੇ ਸਿੱਖ ਬੜੇ ਖੁਸ਼ ਹੋਏ ਮਹਾਰਾਜ ਨੂੰ ਵੇਖ ਕੇ। ਕੋਈ ਮਹਾਰਾਜ ਦੇ ਲਾਗੇ ਘੇਰਾ ਘੱਤ ਕੇ, ਕੁਝ ਸੰਗਤਾਂ ਭੋਏ ਬਹਿ ਗਈਆਂ, ਤੇ ਕੁਝ ਸਿੱਖ ਉੱਥੇ ਕੱਛਾਂ 'ਚ ਹੱਥ ਦੇ ਕੇ ਜਾਂ ਹੱਥ ਜੋੜ ਕੇ ਐਂ ਕਰਕੇ ਤੇ ਬਾਲਾ ਪ੍ਰੀਤਮ ਦਾ ਕੌਤਕ ਵੇਂਦੇ ਮਹਾਰਾਜ ਨੂੰ ਖੇਡਦਿਆਂ ਵੇਖ ਰਹੇ ਹਨ। ਸਿਕਤਾ ਢੇਰ ਲਾਹੇ ਗੁਰ ਕਹੈ। ਤੋ ਮਹਾਰਾਜ ਨੇ ਸਾਰਾ ਢੇਰ ਗੋਲ ਚੋਟੀ ਕੱਢ ਦਿੱਤੀ ਰੇਤੇ ਦੀ, ਤੇ ਢੇਰ ਲਾ ਕੇ ਮਹਾਰਾਜ ਫਿਰ ਖੜੇ ਹੋ ਗਏ, ਹੱਥ ਝਾੜੇ, ਕੱਪੜੇ ਝਾੜਨ ਲੱਗ ਪਏ। ਫਿਰ ਮਹਾਰਾਜ ਹੱਸ ਕੇ ਸਾਰੀ ਸੰਗਤ ਨੂੰ ਬੋਲੇ ਐ, ਜੋ ਸਿੱਖ ਹਮ ਕੋ ਹੀਰਿਓ ਚਹੈ। ਮਹਾਰਾਜ ਕਹਿੰਦੇ ਸਾਧ ਸੰਗਤ ਜੀ, ਜਿਹੜਾ ਸਿੱਖ ਸਾਡੇ ਦਰਸ਼ਨ ਕਰਨੇ ਚਾਹੁੰਦਾ ਹੋਵੇ, ਜਿਹੜਾ ਸਿੱਖ ਸਾਨੂੰ ਵੇਖਣਾ ਚਾਹੁੰਦਾ ਹੈ, ਸੋ ਇਸ ਥਾਨ ਲਗੋ ਚੱਲ ਆਏ। ਉਹ ਇੱਥੇ ਆ ਜਾਵੇ। ਵੀ ਕਿਉਂਕਿ ਸੰਗਤ ਪਿੱਛੇ ਆ ਰਹੀ ਸੀ ਨਾ, ਮਹਾਰਾਜ ਕਹਿੰਦੇ ਵੀ ਅਸੀਂ ਤਾਂ ਚੱਲੇ ਹਾਂ ਦਿੱਲੀ ਹੁਣ, ਤੇ ਜਿਹੜਾ ਸਿੱਖ ਘਰੋਂ ਤੁਰਿਆ ਹੋਇਆ ਵੀ ਅਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨੇ ਆ,
ਉਹ ਕੀ ਕਰੇ, ਉਹ ਪਿੱਛੋਂ ਤੁਰਿਆ ਆਉਂਦਾ ਤੇ ਇੱਥੋਂ ਤੱਕ ਆ ਜਾਵੇ ਪੰਜੋਖਰਾ ਸਾਹਿਬ ਤੱਕ। ਕਰਹਿ ਭਾਵਨਾ ਸੀਸ ਨਿਵਾਏ। ਤੇ ਜਿਹੜਾ ਭਾਵਨਾ ਰੱਖੇ ਇਸ ਰੇਤੇ ਦੇ ਬਣੇ ਢੇਰ ਨੂੰ ਸੀਸ ਨਵਾਏਗਾ, ਇਹਨੂੰ ਮੱਥਾ ਟੇਕੇਗਾ। ਲਿਆਈ ਉਪਾਇ ਨ ਜੋ ਹਮ ਤੇ ਕਾਰਨ। ਜੋ ਸਾਡੇ ਵਾਸਤੇ ਕੋਈ ਭੇਟਾ ਲੈ ਕੇ ਆਇਆ, ਦਸਵੰਧ ਲੈ ਕੇ ਉਹ ਇੱਥੇ ਹੀ ਭੇਟ ਕਰ ਦੇਵੇ ਇਸੇ ਸਥਾਨ ਤੇ। ਅਰਪਹ ਹਾ ਹੋਏ ਦੁਖ ਟਾਰਨ। ਤੇ ਮਹਾਰਾਜ ਕਹਿੰਦੇ ਉਹ ਅਰਦਾਸ ਕਰ ਦੇਵੇ ਇੱਥੇ ਖੜ ਕੇ, ਤੇ ਉਹਦਾ ਦੁੱਖ ਅਸੀਂ ਕੱਟ ਦਿਆਂਗੇ। ਜੋ ਵੀ ਉਹਨੂੰ ਦੁੱਖ ਹੋਏਗਾ ਉਹ ਦੁੱਖ ਅਸੀਂ ਕਿਰਪਾ ਕਰਾਂਗੇ ਤੇ ਦੂਰ ਹੋ ਜਾਏਗਾ। ਖਰੋ ਹੋਏ ਅਰਦਾਸ ਕਰਾਵੇ। ਇਸ ਸਥਾਨ ਤੇ ਜਿਹੜਾ ਸਿੱਖ ਖੜਾ ਹੋ ਕੇ ਅਰਦਾਸ ਕਰੇਗਾ ਜਾਂ ਕਿਸੇ ਸਿੱਖ ਤੋਂ ਕਰਾਵੇਗਾ, ਸੋ ਨਰ ਹਮਰੇ ਪਾਸ ਪਹੁੰਚਾਵੇ। ਉਹ ਜਿਹੜਾ ਸਿੱਖ ਇੱਥੇ ਹੋਵੇਗਾ, ਛੱਡ ਕੇ ਗਿਆ ਅਸੀਂ ਜਾਵਾਂਗੇ, ਉਹ ਸਿੱਖ ਉਹ ਭੇਟਾ ਸਾਡੇ ਕੋਲ ਆਪੇ ਪਹੁੰਚ ਜਾਏਗੀ। ਤੇ ਅਰਦਾਸ ਇੱਥੇ ਹੀ ਖੜ ਕੇ ਕਰਦੇ ਨੇ ਇਸ ਰੇਤੇ ਦੇ ਢੇਰ ਕੋਲ, ਉਹ ਅਰਦਾਸ ਸਾਡੇ ਤੱਕ ਵੀ ਪਹੁੰਚੇਗੀ। ਅਸੀਂ ਉਹਦੀ ਕਾਮਨਾ ਪੂਰੀ ਕਰਾਂਗੇ। ਸਿੱਖ ਦੀ ਜੋ ਵੀ ਵਿਘਨ ਕਸ਼ਟ ਹੋਵੇਗਾ ਇੱਥੇ ਖੜੇ ਦਾ ਹੀ ਟਾਲ ਦਿਆ ਕਰਾਂਗੇ, ਸਾਡੇ ਪਿੱਛੇ ਨਹੀਂ ਭੱਜਣ ਦੀ ਲੋੜ ਹੈ। ਨਿਸ਼ਚਾ ਤਰਹ ਇਹਾ ਲਗ ਆਏ। ਜਿਹੜਾ ਨਿਸ਼ਚਾ ਕਰਕੇ ਇੱਥੋਂ ਤੱਕ ਆ ਜਾਵੇ ਸਿੱਖ, ਤੇ ਇੱਥੇ ਆ ਕੇ ਭਰੋਸਾ ਰੱਖੇ, ਇਹੀ ਜਾਣੇ ਵੀ ਇਹੀ ਗੁਰੂ ਹਰਕ੍ਰਿਸ਼ਨ ਸਾਹਿਬ ਹਨ। ਆਗੇ ਤਰਹ ਨਹੀਂ ਪੁਨ ਪਾਏ। ਤੇ ਗਾਂ ਨਾ ਸਾਡਾ ਹੁਕਮ ਮੰਨ ਕੇ ਸਾਡੇ ਪਿੱਛੇ ਦਿੱਲੀ ਨੂੰ ਕੋਈ ਨਾ ਆਵੇ, ਗਾਂ ਪੈਰ ਨਾ ਪੱਟੇ ਜੀ। ਜੋ ਹਮ ਦਰਸ਼ਨ ਲਾਭ ਵਿਸਾਲੇ। ਜਿਹੜਾ ਸਾਡੇ ਦਰਸ਼ਨਾਂ ਦਾ ਲਾਭ ਹੋਵੇਗਾ, ਭਾਵ ਸਾਡੇ ਪ੍ਰਤੱਖ ਦਰਸ਼ਨ ਕਰਨ ਦਾ ਜਿਹੜਾ ਕਿਸੇ ਨੂੰ ਫਾਇਦਾ ਹੁੰਦਾ, ਜਿਹੜਾ ਕੋਈ ਪ੍ਰਤਾਪ ਮਿਲਦਾ ਹੈ, ਇਸ ਥਲ ਦਰਸੇ ਲਹ ਸੁਖਾਲੇ। ਉਹ ਇੱਥੇ ਹੀ ਦਰਸ਼ਨ ਕਰ ਲਵੇ ਇਸ ਰੇਤੇ ਦੇ ਢੇਰ ਦੇ, ਤੇ ਇੱਥੇ ਉਹਦੇ ਦਰਸ਼ਨ ਕਰਿਆ ਚੜ੍ਹਦੀ ਕਲਾ ਹੋ ਜਾਏਗੀ, ਸੁਖ ਮਿਲੇਗਾ ਜੀ। ਹਮਰੀ ਆਗਿਆ ਕੋ ਇਮ ਜਾਣੈ। ਮਹਾਰਾਜ ਕਹਿੰਦੇ ਸਿੱਖੋ ਸਾਡੀ ਇਹੀ ਆਗਿਆ, ਕੋਈ ਸਾਡੇ ਮਗਰ ਦਿੱਲੀ ਨਾ ਆਵੇ। ਪੰਜੋਖਰਾ ਸਾਹਿਬ ਇਸ ਮਿੱਟੀ ਦੇ ਢੇਰ ਦੇ ਦਰਸ਼ਨ ਕਰ ਲਵੇ ਰੇਤੇ ਦੇ, ਤੇ ਇਹੀ ਸਾਡੀ ਆਗਿਆ ਜਾਣਨਾ ਕਰੋ ਜੀ। ਇਸ ਥਲ ਤੇ ਨਹਿ ਅਗਰ ਭਿਆਨੈ। ਤੇ ਸਿੱਖ ਸਾਡਾ ਹੁਕਮ ਮੰਨਣ ਵੀ ਇਹਦੋਂ ਗਾਂਹ ਨਾ ਸਿੱਖ ਕੋਈ ਦਿੱਲੀ ਨੂੰ ਆਵੇ, ਇੱਥੋਂ ਦਰਸ਼ਨ ਕਰੋ ਤੇ ਇੱਥੋਂ ਹੀ ਪਿਛਾ ਮੁੜ ਜਾਣਾ ਤੁਸੀਂ, ਅਸੀਂ ਗਾਂ ਦਿੱਲੀ ਚਲੇ ਜਾਣਾ ਹੈ। ਜਿਮ ਹਮ ਸੋ ਮਿਲ ਪ੍ਰੇਮ ਵਧਾਏ। ਜਿਵੇਂ ਤੁਸੀਂ ਸਾਨੂੰ ਮਿਲਦੇ ਹੋ, ਦਰਸ਼ਨ ਕਰਕੇ ਸਾਡਾ ਬੜਾ ਪ੍ਰੇਮ ਵਧਾਉਂਦੇ ਹੋ, ਤਿਮ ਇਸ ਥਲ ਤੇ ਫਲ ਕੋ ਪਾਏ। ਤੇ ਉਵੇਂ ਪ੍ਰੇਮ ਵਧਾ ਕੇ ਇਸ ਪੰਜੋਖਰਾ ਸਾਹਿਬ ਦੇ ਇਸ ਸਥਾਨ ਦੇ ਪਾਵ ਮਿੱਟੀ ਦੀ ਢੇਰੀ ਦੇ ਦਰਸ਼ਨ ਕਰੋਗੇ ਤੇ ਤੁਹਾਨੂੰ ਸਭ ਤਰ੍ਹਾਂ ਦੇ ਫਲ ਪ੍ਰਾਪਤ ਹੋਣਗੇ। ਜਿਹੜਾ ਫਲ ਸਾਡੇ ਦਰਸ਼ਨਾਂ ਦਾ ਤੁਹਾਨੂੰ ਮਿਲਦਾ ਹੈ, ਮੁਕਤੀ ਭੁਗਤੀ ਜੁਗਤੀ ਸਭ ਕੁਝ ਇਸੇ ਤਰ੍ਹਾਂ ਸਾਡੇ ਬਚਨ ਨਾਲ ਇਸ ਰੇਤੇ ਦੇ ਢੇਰ ਚੋਂ ਪ੍ਰਾਪਤ ਹੋਵੇਗਾ। ਗਨ ਸਿੱਖਨ ਸੁਖ ਦੇ ਬੇ ਕਾਰਨ। ਏਦਾਂ ਸਾਧ ਸੰਗਤ ਜੀ ਬਾਲਾ ਪ੍ਰੀਤਮ ਨੇ ਕੌਤਕ ਕੀਤਾ ਹੈ ਸਾਰੇ ਸਿੱਖਾਂ ਨੂੰ ਸੁਖ ਦੇਣ ਦੇ ਵਾਸਤੇ। ਸਭਿਨ ਸੁਨਾਵਤ ਕੀਨ ਉਚਾਰਨ। ਸਾਰਿਆਂ ਨੂੰ ਇਹ ਵਰਦਾਨ ਦੇ ਦਿੱਤਾ ਵੀ ਐਸ ਮਿੱਟੀ ਦੇ ਢੇਰ ਨੂੰ, ਰੇਤੇ ਦੇ ਇੱਥੇ ਹੀ ਦਰਸ਼ਨ ਕਰ ਲਓ ਤੇ ਸਾਡੇ ਹੀ ਦਰਸ਼ਨ ਦਾ ਫਲ ਹੋਵੇਗਾ। ਇਕ ਨਿਸ਼ਾਨ ਤਹ ਖਰੂ ਕਰਾਏ। ਫਿਰ ਮਹਾਰਾਜ ਨੇ ਸਾਧ ਸੰਗਤ ਜੀ ਇੱਕ ਵਰਸ਼ਾ, ਉਹਦੇ ਉੱਪਰ ਕੱਪੜਾ ਬਣਾ ਕੇ ਨਿਸ਼ਾਨ ਸਾਹਿਬ ਸਤਿਗੁਰੂ ਉਸ ਮਿੱਟੀ ਦੀ ਢੇਰ ਜਿਹੜਾ ਲਾਇਆ ਸੀ ਰੇਤੇ ਦਾ, ਉਹਦੇ ਵਿੱਚ ਸੱਚੇ ਪਾਤਸ਼ਾਹ ਨੇ ਵਰਸ਼ਾ ਗੜਵਾ ਕੇ ਤੇ ਉਸ ਮਿੱਟੀ ਦੀ ਢੇਰੀ ਤੇ ਨਿਸ਼ਾਨ ਸਾਹਿਬ ਚਲਾ ਦਿੱਤਾ ਹੈ। ਕੁਛ ਕ ਸਿੱਖ ਤੇ ਸਥਾਨ ਟਿਕਾਏ। ਤੇ ਮਹਾਰਾਜ ਨੇ ਕੁਝ ਕੁ ਸਿੱਖ ਉੱਥੇ ਟਿਕਾ ਦਿੱਤੇ ਵੀ ਤੁਸੀਂ ਇੱਥੇ ਰਹੋ ਤੇ ਅਸੀਂ ਦਿੱਲੀ ਨੂੰ ਜਾਣਾ। ਤੇ ਆਪਦੇ ਹੱਥਾਂ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਨੇ ਖਾਲਸਾ ਜੀ ਉਹ ਰੇਤੇ ਦੇ ਮਿੱਟੀ ਦੇ ਢੇਰ ਦੇ ਉੱਪਰ ਨਿਸ਼ਾਨ ਗੱਡ ਦਿੱਤਾ। ਛੋਟਾ ਜਿਹਾ ਵਰਸ਼ਾ ਸੀ ਮਹਾਰਾਜ ਦਾ, ਉਹ ਕੱਪੜਾ ਨਾਲ ਉਹਨੂੰ ਸਜਾ ਕੇ ਤੇ ਉੱਤੇ ਚਲਾ ਦਿੱਤਾ ਨਿਸ਼ਾਨ। ਤੇ ਮਹਾਰਾਜ ਕਹਿੰਦੇ ਇਸ ਨਿਸ਼ਾਨ ਨੂੰ ਮੱਥਾ ਟੇਕ ਲਓ। ਉਹ ਜਿਹੜਾ ਪੰਜੋਖਰਾ ਸਾਹਿਬ ਦਾ ਸਥਾਨ ਹੈ ਸਾਧ ਸੰਗਤ ਜੀ, ਹੁਣ ਜਿਨ੍ਹਾਂ ਕਿਸੇ ਦਰਸ਼ਨ ਖੌਰੇ ਕੀਤੇ ਹੋਣ, ਉਹ ਪੰਜੋਖਰਾ ਸਾਹਿਬ ਦਾ ਸਥਾਨ ਜਿਹੜਾ ਉਹਦਾ ਜਿਹੜਾ ਨਿਸ਼ਾਨ ਸਾਹਿਬ ਹੈ ਨਾ ਹੁਣ ਜਿਹੜਾ ਲੱਗਿਆ ਹੋਇਆ ਉੱਥੇ, ਉਹੀ ਨਿਸ਼ਾਨ ਸਾਹਿਬ ਹੈ। ਉਹ ਵੱਡਾ ਕਰ ਦਿੱਤਾ, ਪਰ ਉਹ ਥਾਂ ਜਿੱਥੇ ਬਾਲਾ ਪ੍ਰੀਤਮ ਆਪ ਹੱਥੀਂ ਨਿਸ਼ਾਨ ਸਾਹਿਬ ਗੱਡ ਕੇ ਗਏ ਸੀਗੇ। ਇਹ ਬਾਲਾ ਪ੍ਰੀਤਮ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਹੱਥੀਂ ਨਿਸ਼ਾਨ ਸਾਹਿਬ ਗੱਡਿਆ ਪੰਜੋਖਰਾ ਸਾਹਿਬ ਦਾ। ਅਸੀਂ ਮੈਂ ਦਰਸ਼ਨ ਕੀਤੇ ਉਸ ਪਾਵਨ ਸਥਾਨ ਤੇ ਨਿਸ਼ਾਨ ਸਾਹਿਬ ਦੇ। ਤੇ ਉਹ ਹੁਣ ਦਰਬਾਰ ਸਾਹਿਬ ਦੇ ਵਿੱਚ ਆ ਗਿਆ ਨਿਸ਼ਾਨ ਸਾਹਿਬ। ਉਹ ਦਰਬਾਰ ਪਹਿਲਾਂ ਛੋਟਾ ਸੀਗਾ ਤੇ ਨਿਸ਼ਾਨ ਸਾਹਿਬ ਬਾਰ-ਬਾਰ ਸੀ ਉਹ। ਤੇ ਇਸ ਤਰ੍ਹਾਂ ਉਹ ਸ਼੍ਰੋਮਣੀ ਕਮੇਟੀ ਜਾਂ ਜਿਹਦਾ ਪ੍ਰਬੰਧ ਸੀ ਉੱਥੇ, ਉਹ ਫਿਰ ਜਦੋਂ ਦਰਬਾਰ ਵੱਡਾ ਕਰਨ ਲੱਗੇ ਤੇ ਉਸ ਨਿਸ਼ਾਨ ਸਾਹਿਬ ਵਿੱਚ ਆਉਂਦਾ ਸੀ, ਉਹ ਫਿਰ ਪੱਟਣ ਲੱਗੇ ਸੀ ਵੀ ਇਹ ਪੱਟ ਦਿਓ। ਉਹ ਫਿਰ ਸੰਗਤ ਨੇ ਨਹੀਂ ਸੀ ਪੱਟਣ ਦਿੱਤਾ ਵੀ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪ ਲਾ ਕੇ ਗਏ, ਇਹ ਨਾ ਕੋਈ ਪਾਪ ਕਰੇ। ਫਿਰ ਉਹ ਨਿਸ਼ਾਨ ਸਾਹਿਬ ਚਲੋ ਮੰਨੇ ਕਮੇਟੀਆਂ ਪ੍ਰਬੰਧਕਾਂ ਨੇ ਸਿਆਣਪ ਵਰਤੀ। ਫਿਰ ਉਹ ਨਿਸ਼ਾਨ ਸਾਹਿਬ ਜਿਹੜਾ ਉਹ ਦਰਬਾਰ ਬਣਾ ਦਿੱਤਾ ਤੇ ਦਰਬਾਰ ਦੇ ਵਿੱਚ ਦੀ ਤਾਂ ਨਿਕਲਦਾ ਨਿਸ਼ਾਨ ਸਾਹਿਬ, ਉਸੇ ਤਰ੍ਹਾਂ ਥਾਂ ਛੱਡ ਦਿੱਤਾ ਉਹਨਾਂ। ਉਹ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਵਿੱਚ ਹੈ ਨਿਸ਼ਾਨ ਸਾਹਿਬ, ਅਸੀਂ ਕੀਤੇ ਹੋਏ ਦਰਸ਼ਨ। ਉਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪੰਜੋਖਰਾ ਸਾਹਿਬ ਦਾ ਨਿਸ਼ਾਨ ਸਾਹਿਬ ਆਪ ਲਾ ਕੇ ਗਏ ਸੀ। ਤੇ ਮਹਾਰਾਜ ਕਹਿ ਕੇ ਗਏ ਸਨ ਵੀ ਜਿਹੜਾ ਇਸ ਸਥਾਨ ਦੇ ਦਰਸ਼ਨ ਕਰੇ, ਇਹ ਨਿਸ਼ਾਨ ਸਾਹਿਬ ਨੂੰ ਮੱਥਾ ਟੇਕੇ, ਉਹ ਸਾਨੂੰ ਮੱਥਾ ਹੈ।
ਕਈ ਕਹਿ ਦਿੰਦੇ ਨਾ ਜੀ ਇੱਥੇ ਹੁਣ ਜਿਹੜੇ ਨਵੇਂ ਬਣੇ ਆ ਮਿਸ਼ਨਰੀ ਵਾਲੇ ਪ੍ਰਚਾਰਕ ਜੇ ਆਖੇ ਜੀ ਨਿਸ਼ਾਨ ਸਾਹਿਬ ਨੂੰ ਨਹੀਂ ਮੱਥਾ ਟੇਕਣਾ ਜੀ, ਬੇਰੀ ਨੂੰ ਮੱਥਾ ਨਹੀਂ ਟੇਕਣਾ ਜੀ, ਜਿਹੜੇ ਗੁਰੂ ਘਰਾਂ 'ਚ ਹੈ ਸਾਧ ਸੰਗਤ ਜੀ ਉਹ ਮਹਾਰਾਜ ਦੇ ਘਰੋਂ ਵਰਸਾਏ ਹੋਏ, ਜੰਡਾਂ ਨੂੰ ਮੱਥਾ ਟੇਕਦਾ ਨਹੀਂ ਸਿੱਖ, ਪਰ ਸਾਧ ਸੰਗਤ ਜੀ ਉਹ ਮਹਾਰਾਜ ਦੇ ਘਰੋਂ ਵਰਸਾਏ ਹੋਏ, ਜਿਵੇਂ ਮੁਕਤਸਰ ਸਾਹਿਬ ਉਹ ਵਣ ਦਾ ਦਰਖਤ ਹੈ, ਜਿੱਥੇ ਮਹਾਰਾਜ ਨੇ ਘੋੜਾ ਬੰਨਿਆ, ਸੰਗਤਾਂ ਸਦਕੇ ਵਾਰੇ ਜਾਂਦੀਆਂ ਇਹੋ ਜਿਹੇ ਸਥਾਨ ਤੋਂ, ਮਹਾਰਾਜ ਦੀ ਨਿਸ਼ਾਨੀ ਹੈ। ਤੋ ਇਸ ਕਰਕੇ ਉਹ ਗੁਰੂ ਕਲਗੀਧਰ ਪਾਤਸ਼ਾਹ ਕੋਈ ਬੰਦੇ ਥੋੜ੍ਹਾ ਵੀ ਜਿਹਦਾ ਹੱਥ ਲੱਗ ਗਿਆ ਤੇ ਲੋਕ ਮੱਥੇ ਟੇਕਣਗੇ। ਇਸ ਤਰ੍ਹਾਂ ਉਹ ਸੱਚੇ ਪਾਤਸ਼ਾਹ ਪਰ ਅਕਾਲ ਪੁਰਖ ਪਰਮੇਸ਼ਰ ਧਰਤੀ 'ਤੇ ਆਇਆ, ਉਹਨੇ ਜਿਹੜੀਆਂ ਵਸਤੂਆਂ ਨੂੰ ਹੱਥ ਲਾ ਦਿੱਤਾ ਖਾਲਸਾ ਜੀ, ਉਹ ਪਾਰਸ ਹੈ ਮਹਾਰਾਜ, ਉਹੀ ਸੋਨਾ ਬਣ ਗਈਆਂ। ਸਿੱਖ ਨਮਸਕਾਰਾਂ ਕਰਦੇ। ਤੋ ਜਿਹੜਾ ਇੱਥੇ ਬੇਰ ਸਾਹਿਬ ਸੁਲਤਾਨਪੁਰ ਸਾਹਿਬ ਲੋਧੀ, ਉਹ ਜਿਹੜਾ ਬੇਰ ਸਾਹਿਬ ਹੈ ਗੁਰਦੁਆਰਾ ਸਾਹਿਬ ਬੇਰ ਸਾਹਿਬ ਦੇ ਮਗਰਲੇ ਪਾਸੇ, ਜਿੱਦਣ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਵੇਈਂ ਵਿੱਚ ਪ੍ਰਵੇਸ਼ ਕੀਤੇ, ਉੱਥੋਂ ਸੱਚਖੰਡ ਗਏ ਹੈ, ਉਦਣ ਪਾਤਸ਼ਾਹ ਨੇ ਦਾਤਨ ਜਾਂਦੇ ਮਹਾਰਾਜ ਰੋਜ਼ ਹੀ ਸੀ ਉੱਥੇ ਇਸ਼ਨਾਨ ਕਰਨ, ਪਰ ਗੁਰੂ ਨਾਨਕ ਸਾਹਿਬ ਨੇ ਦਾਤਨ ਕੀਤੀ ਤਾਂ ਉੱਥੇ ਗੱਡੀ ਸੀ, ਉਦੋਂ ਨਦੀ ਚੌੜੀ ਕਿਉਂ ਕੱਚਾ ਕੰਢਾ ਸੀ, ਇੱਥੋਂ ਤੱਕ ਵਗਦੀ ਸੀ। ਇੱਥੇ ਮਹਾਰਾਜ ਗੱਡ ਕੇ ਦਾਤਨ ਤੇ ਆਪ ਸੱਚਖੰਡ ਚਲੇ ਗਏ ਸਨ ਮਹਾਰਾਜ। ਉਹ ਮਹਾਰਾਜ ਦਾ ਹੱਥ ਦੀ ਗੱਡੀ ਦਾਤਨ ਹਰੀ ਹੋਈ ਹੈ, ਜਿਹੜਾ ਬੇਰ ਸਾਹਿਬ ਦੇ ਦਰਸ਼ਨ ਆਪ ਜੀ ਸੁਲਤਾਨਪੁਰ ਸਾਹਿਬ ਕਰਦੇ ਹੋ। ਇੱਦਾਂ ਬੜੇ ਜਾਮਣੀ ਸਾਹਿਬ ਦਾ ਸਥਾਨ ਹੈ, ਮਹਾਰਾਜ ਨੇ ਕਿੱਲੇ ਠੋਕੇ ਸਨ ਜਿੱਥੇ ਘੋੜਿਆਂ ਦੇ, ਉਹ ਕਿੱਲੇ ਵੀ ਹਰੇ ਹੋਏ, ਬੜੇ ਥਾਂ 'ਤੇ ਕੌਤਕਤਾ ਹੋਇਆ, ਕਿੱਲੇ ਠੋਕੇ ਹਰੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਤੋ ਇਸ ਤਰ੍ਹਾਂ ਇੱਦਾਂ ਸਾਧ ਸੰਗਤ ਜੀ ਉਹ ਬਾਬਾ ਗੁਰਦਿੱਤਾ ਜੀ ਦਾ ਵੀ ਉੱਥੇ ਤੁਸੀਂ ਕੀਰਤਪੁਰ ਸਾਹਿਬ ਜਾਓ, ਜਿਹੜਾ ਪਹਾੜੀ 'ਤੇ ਸਥਾਨ, ਇੱਥੇ ਰੁੱਖ ਖੜ੍ਹਾ ਇੱਕ, ਉਹ ਬਾਬਾ ਗੁਰਦਿੱਤਾ ਜੀ ਨੇ ਡਾਂਗ ਗੱਡੀ ਸੀ ਤੇ ਆਪ ਜੋਤੀ ਲੰਮੇ ਪੈ ਗਏ। ਮਹਾਰਾਜ ਦਾ ਬਚਨ ਸੀ ਵੀ ਇੱਕ ਮਿਆਨ 'ਚ ਇੱਕ ਤਲਵਾਰ ਰਹੇਗੀ, ਜਾਂ ਹੁਣ ਤੁਸੀਂ ਰਹੋਗੇ ਜਾਂ ਅਸੀਂ ਰਵਾਂਗੇ, ਤੁਸੀਂ ਕਰਾਮਾਤ ਵਿਖਾਈ ਹੈ। ਉਹਨਾਂ ਗਊ ਜਿਉਂਦੀ ਕੀਤੀ ਸੀ, ਪਿੱਛੇ ਕਥਾ ਜਿੰਨਾ ਸੁਣੀ ਉਹਨਾਂ ਨੂੰ ਪਤਾ। ਅਤੇ ਉਹ ਬਾਬਾ ਗੁਰਦਿੱਤਾ ਜੀ ਫਿਰ ਸੋਟੀ ਹੱਥ 'ਚ ਸੀ, ਉਹ ਗੱਡ ਕੇ ਅਤੇ ਲਾਗੇ ਭੋਏ 'ਤੇ ਲੰਮੇ ਪੈ ਗਏ, ਪ੍ਰਾਣ ਤਿਆਗ ਦੇ, ਅਤੇ ਉਹ ਸੋਟੀ ਹਰੀ ਹੋਈ। ਉਹ ਦਰਖਤ ਬੜਾ ਤਗੜਾ ਖੜਾ, ਜਦੋਂ ਤੁਸੀਂ ਜਾਓ ਅਤੇ ਦਰਸ਼ਨ ਕਰੋ, ਬਾਬਾ ਗੁਰਦਿੱਤਾ ਜੀ ਦਾ ਜਿਹੜਾ ਅੰਗੀਠਾ ਸਾਹਿਬ ਬਣਿਆ, ਪਿੱਛੇ ਜੇ ਸੰਗਤ ਸੇਵਾ ਵੀ ਜਾ ਕੇ ਆਈ ਉੱਥੇ। ਤੋ ਬੜੇ ਸਥਾਨ ਹੈ ਮਹਾਰਾਜ, ਪਰ ਜਦੋਂ ਕਥਾ ਨਾ ਸੁਣੀ ਹੋਵੇ ਫਿਰ ਇੱਦਾਂ ਸਿੱਧੇ ਹੀ ਸ਼ਰਧਾ ਨਹੀਂ ਬਣੇਗੀ ਕਦੇ ਸਥਾਨ 'ਤੇ। ਠੀਕ ਹੈ, ਕਥਾ ਇੱਥੇ ਤਕਰੀਬਨ 4 ਸਾਲ ਹੋ ਚੱਲੇ, ਮਸਾਂ ਕੋ 2 ਪ੍ਰਾਣੀ ਹੁੰਦੇ ਆ, 3 ਹੁੰਦੇ ਆ, ਵੱਧ ਤੋਂ ਵੱਧ 4 ਹੋ ਜਾਂਦੇ, ਨਹੀਂ ਸੁਣੀ ਕਿਸੇ ਨੇ ਪਿੱਛੇ। ਤਾਂ ਹੀ ਫਿਰ ਜਦੋਂ ਗੁਰੂ ਘਰ ਜਾਂਦੇ ਉੱਥੇ ਹਰ ਲਹਰ ਕਰਦੇ ਫਿਰਦੇ, ਨਾ ਨਿਸ਼ਾਨੀ ਦਾ ਪਤਾ ਕੋਈ ਕੀ ਹੈ। ਉੱਥੇ ਗਏ ਸਿੱਧਾ ਉੱਥੇ ਲੰਗਰ 'ਚੋਂ ਐਨ ਰੱਜ ਕੇ ਢਿੱਡ ਭਰਿਆ, ਅਤੇ ਮਰਨ ਉੱਥੇ ਕੁਝ ਨਹੀਂ ਪਤਾ ਵੀ ਕਿਹੜੀ ਚੀਜ਼ ਮਹਾਰਾਜ ਦੇ ਸਮੇਂ ਦੀ ਹੈ, ਇੱਥੋਂ ਦਾ ਇਤਿਹਾਸ ਕੀ ਕੁਝ ਨਹੀਂ ਪਤਾ। ਗੁਰੂ ਨਾਨਕ ਸਾਹਿਬ ਦੇ ਪੜਦਾਦੇ ਤੋਂ ਲੈ ਕੇ, ਗੁਰੂ ਨਾਨਕ ਸਾਹਿਬ ਦੇ ਨਾਨੇ ਤੋਂ ਲੈ ਕੇ, ਅਤੇ ਹਿਸਾਬ ਲਾ ਲਓ ਸਾਧ ਸੰਗਤ ਜੀ, ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪੰਜੋਖਰਾ ਸਾਹਿਬ ਤੱਕ ਜਾਣ ਤੱਕ ਇਸ ਸਥਾਨ 'ਤੇ ਕਥਾ ਹੋਈ ਸਾਰੀ, ਗੁਰੂ ਨਾਨਕ ਸਾਹਿਬ ਦੇ ਪੜਦਾਦੇ ਤੋਂ ਲੈ ਕੇ। ਅਤੇ ਹੁਣ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ 4.5 ਸਾਲ ਤਕਰੀਬਨ ਸਾਧ ਸੰਗਤ ਜੋ ਕਥਾ ਰਿਕਾਰਡ ਹੁੰਦੀ ਕਰਕੇ ਦਾ ਪਤਾ ਹੈ ਵੀ 700 ਘੰਟਾ ਕਥਾ ਹੋ ਚੁੱਕੀ ਆ। 700 ਘੰਟਾ ਇਹ ਰਿਕਾਰਡਿੰਗ ਹੁੰਦੀ ਕਰਕੇ ਪਤਾ, ਉੱਥੇ ਲਿਖੀਆਂ ਹੋਈਆਂ ਜਿਹੜੀਆਂ ਕਿੰਨੀਆਂ ਫਾਈਲਾਂ, 700 ਘੰਟਾ ਇੱਥੇ ਕਥਾ ਹੋ ਚੁੱਕੀ ਹੁਣ ਤੱਕ, 700 ਘੰਟਾ। ਅਤੇ 700 ਘੰਟੇ ਦਾ ਸਮਾਂ ਵੇਖ ਲਓ ਕਿੰਨਾ ਬਣਦਾ ਹੈ। ਤੋ ਇਸ ਕਰਕੇ ਗੁਰੂ ਨਾਨਕ ਸਾਹਿਬ 4.5 ਸਾਲ ਹੋ ਚੱਲੇ ਆ ਮਹਾਰਾਜ ਦਾ ਇਤਿਹਾਸ ਤੋਂ ਲੈ ਕੇ, ਅਤੇ ਪੰਜੋਖਰਾ ਸਾਹਿਬ ਦਾ ਇਤਿਹਾਸ ਜਿੱਥੇ ਹੁਣ ਆਪਾਂ ਕਥਾ ਸਰਵਣ ਕਰ ਰਹੇ ਹਾਂ। ਤੋ ਇਹ ਬੜੀਆਂ ਨਿਸ਼ਾਨੀਆਂ ਮਹਾਰਾਜ ਦੀਆਂ ਪਿੱਛੇ ਕਥਾ ਵਿੱਚ ਹਰੇਕ ਦਾ ਜ਼ਿਕਰ ਆਇਆ, ਜਿੰਨੇ ਵੀ ਆਪ ਜੀ ਸਥਾਨ ਵੇਖੋਗੇ ਸਭ ਦਾ ਜ਼ਿਕਰ ਮਹਾਰਾਜ ਨੇ ਇੱਥੇ ਕਿਰਪਾ ਕੀਤੀ। ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਤੋ ਉਹ ਫਿਰ ਜਿਹੜਾ ਨਿਸ਼ਾਨ ਸਾਹਿਬ ਮਰਨ ਝੁਲਾਇਆ, ਫਿਰ ਸਤਿਗੁਰਾਂ ਆਖਿਆ ਵੀ ਜਿਹੜਾ ਇਹਦੇ ਦਰਸ਼ਨ ਕਰੇਗਾ ਉਹੀ ਸਾਡੇ ਦਰਸ਼ਨ ਹੋਣਗੇ ਜੀ। ਇਵੇਂ ਸਤਿਗੁਰ ਜਬ ਕੀਨ ਬਖਾਨੀ। ਤੇ ਮਹਾਰਾਜ ਨੇ ਜਦੋਂ ਐਸਾ ਬਚਨ ਸਿੱਖਾਂ ਨੂੰ ਵਰਦਾਨ ਦੇ ਦਿੱਤਾ, ਪੰਜੋਖਰਾ ਪਿੰਡ ਪੰਜੋਖਰਾ ਸਾਹਿਬ ਬਣ ਗਿਆ ਮਹਾਰਾਜ ਦੇ ਚਰਨ ਪਾਉਣ ਨਾਲ। ਸਤਿਗੁਰਾਂ ਕਿਰਪਾ ਕਰਕੇ ਵਰਦਾਨ ਦਿੱਤਾ ਹੈ। ਧੰਨ ਧੰਨ ਕਹਿ ਸਭ ਨਰ ਬਾਣੀ। ਸਾਰੇ ਸਿੱਖ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਆਪ ਧਨਤਾ ਯੋਗ ਹੋ ਐਸੇ ਬਚਨ ਕਹਿ ਰਹੇ ਹਨ ਜੀ। ਤਿਸ ਦਿਨ ਕਰਮ ਕਾਮ ਤਹ ਰਹੇ। ਫਿਰ ਮਹਾਰਾਜ ਉੱਥੋਂ ਗਏ ਨਹੀਂ ਬਾਲਾ ਪ੍ਰੀਤਮ, ਇੱਕ ਦਿਨ ਮਹਾਰਾਜ ਫਿਰ ਪੰਜੋਖਰਾ ਸਾਹਿਬ ਟਿਕੇ ਰਹੇ। ਹੋਰ ਕਰਹਿ ਕਿਰਪਾ ਸਿੱਖਿਆਨ ਦੁਖ ਦਹੇ। ਸੰਗਤਾਂ ਦਰਸ਼ਨ ਕਰਨ ਆਉਂਦੀਆਂ, ਮਹਾਰਾਜ ਸਭ ਦੇ ਦੁੱਖ ਨਾਸ਼ ਕਰਦੇ, ਬੜੀ ਕਿਰਪਾ ਕਰਦੇ ਹਨ। ਤਬ ਸੰਗਤ ਗਨ ਪਹੁੰਚੀ ਆਏ। ਇਹਨੇ ਨੂੰ ਜਿਹੜੀ ਸੰਗਤ ਪਿੱਛੇ ਥੱਕੀ ਟੁੱਟੀ ਆਉਂਦੀ ਪਈ ਸੀ ਰਾਹ ਵਿੱਚ, ਮਹਾਰਾਜ ਰੁਕ ਗਏ ਇੱਕ ਦਿਨ ਹੋਰ। ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਆ ਗਈਆਂ ਹਨ। ਦੇਖਤ ਸਿਵਰ ਰਿਦੇ ਹਰ ਖਾਏ। ਤੇ ਮਹਾਰਾਜ ਦਾ ਚੰਦੋਆ ਝੁਲਦਾ ਤੰਬੂ ਵੇਖਿਆ ਸੰਗਤ ਨੇ, ਬੜੀ ਖੁਸ਼ੀ ਹੋਈ ਹੈ। ਸ੍ਰੀ ਸਤਿਗੁਰ ਸਭ ਅੰਤਰ ਜਾਵੇ।
ਸੁਆਮੀ। ਇਧਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਭ ਦੇ ਮਨ ਦੀਆਂ ਜਾਣਦੇ ਹਨ। ਕਰੇ ਨਿਹਾਲ ਦਰਸ ਦੇ ਸੁਆਮੀ। ਮਹਾਰਾਜ ਸਭ ਨੂੰ ਨਦਰੋ ਨਦਰ ਨਿਹਾਲ ਕਰ ਰਹੇ ਆ, ਦਰਸ਼ਨ ਬਖਸ਼ ਬਖਸ਼ ਕਰਕੇ। ਭਾਉ ਜਾਨ ਕਰ ਸੰਗਤ ਕੇਰਾ। ਸੰਗਤਾਂ ਦਾ ਭਾਉ ਪ੍ਰੇਮ ਜਾਣ ਕਰਕੇ ਜੀ। ਰਾਖਿਓ ਗੁਰ ਮੁਕਾਮ ਨਿਜ ਡੇਰਾ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਚਾਲਾ ਨਹੀਂ ਪਾਇਆ ਵੀ ਸੰਗਤ ਆਉਂਦੀ ਪਈ, ਸੰਗਤ ਦਾ ਸਤਿਕਾਰ ਕਰਕੇ ਮਹਾਰਾਜ ਜੀ ਇੱਥੇ ਹੀ ਰਹੇ ਪੰਜੋਖਰਾ ਸਾਹਿਬ ਵੀ। ਚਲੋ ਹੁਣ ਸਾਰੀ ਸੰਗਤ ਆ ਹੀ ਜਾਵੇ, ਸਭ ਨੂੰ ਦਰਸ਼ਨ ਦੇ ਕੇ ਅਸੀਂ ਫੇਰ ਚਾਲਾ ਪਾਵਾਂਗੇ। ਪਾਛਲ ਪਹਿਰ ਲਗਾਏ ਦੀਵਾਨ। ਜਦੋਂ ਮਗਰਲਾ ਪਹਿਰ ਹੁੰਦਾ ਤੇ ਮਹਾਰਾਜ ਦੀ ਬਾਣ ਸਜਾ ਲੈਂਦੇ ਆ, ਕਥਾ ਕਰਦੇ ਮਹਾਰਾਜ ਆਪ ਸਿੱਖਾਂ ਨੂੰ ਉਪਦੇਸ਼ ਦਿੰਦੇ ਆ। ਬੈਠੇ ਸਤਿਗੁਰ ਸੁੰਦਰ ਥਾਨ। ਸੋਹਣੇ ਸਥਾਨ ਤੇ ਮਹਾਰਾਜ ਜੀ ਸਜ ਬਹਿੰਦੇ ਆ। ਸਭ ਸੰਗਤ ਕੋ ਦਰਸ਼ਨ ਦੀਨ। ਸਾਰੀਆਂ ਸੰਗਤਾਂ ਨੂੰ ਖੁੱਲੇ ਮਹਾਰਾਜ ਨੇ ਦਰਸ਼ਨ ਦਿੱਤੇ। ਪੰਜੋਖਰਾ ਸਾਹਿਬ ਮਹਾਰਾਜ ਨੇ ਭਾਗ ਲਾਏ ਆ। ਪੂਰਾ ਕਾਮਨਾ ਸਿਖਿਆਨ ਕੀਨਸ। ਸਾਰੇ ਸਿੱਖਾਂ ਦੀਆਂ ਕਾਮਨਾ ਭਾਵਨਾ ਪੂਰੀਆਂ ਕੀਤੀਆਂ ਹਨ। ਜਥਾ ਜੋਗ ਪੂਰਬ ਲੀ ਰੀਤ। ਫਿਰ ਜਿਹੜੀ ਪੂਰਬਲੀ ਪਹਿਲਾਂ ਤੋਂ ਲੈ ਕੇ ਮਰਿਆਦਾ ਗੁਰੂ ਘਰ ਦੀ ਬਣੀ ਆਈ ਹੈ, ਸ਼ਕਲ ਕਰੀ ਹਰ ਖਾਏ ਉਹ ਸੁਚੀਤ। ਕੀਤੀ। ਭਾਵ ਸਭ ਨੂੰ ਸਿਰੋਂ ਪਾਉ ਦਿੱਤੇ ਮਹਾਰਾਜ ਨੇ। ਜਿਹੜੀਆਂ ਦੂਰੋਂ ਸੰਗਤਾਂ ਲੈ ਲੈ ਕੇ ਆਉਂਦੇ ਨਾ ਜਿਹੜੇ ਸਿੱਖ, ਉਹਨਾਂ ਨੂੰ ਸਿਰੋਂ ਪਾਉ ਦੇ ਦੇ ਮਹਾਰਾਜ ਨੇ ਨਵਾਜਿਆ ਹੈ ਜੀ। ਦੋਹਰਾ ਦਰਸ਼ਨ ਦੇ ਘਨ ਭੇਟ ਲੇ। ਏਦਾਂ ਖਾਲਸਾ ਜੀ ਮਹਾਰਾਜ ਨੇ ਸਭ ਨੂੰ ਦਰਸ਼ਨ ਬਖਸ਼ੇ। ਬੇਅੰਤ ਭੇਟਾਵਾਂ ਸਤਿਗੁਰਾਂ ਨੇ ਪ੍ਰਵਾਨ ਕੀਤੀਆਂ ਹਨ। ਬਾਛਤ ਸਿਖਿਆ ਨ ਤੇ ਪਾਏ। ਸਿੱਖ ਮਹਾਰਾਜ ਦੇ ਚਰਨ ਜਿਹੜੇ ਆ ਉਹ ਪਰਸਦੇ। ਜੋ ਵੀ ਕਿਸੇ ਨੇ ਬਾਂਛਤ ਇੱਛਾ ਕੀਤੀ ਉਹ ਮਹਾਰਾਜ ਬਾਲਾ ਪ੍ਰੀਤਮ ਤੋਂ ਪ੍ਰਾਪਤ ਹੋਇਆ ਹੈ। ਭਈ ਬਿਦਾ ਸੰਗਤ ਤਹਾਂ। ਏਦਾਂ ਫਿਰ ਮਹਾਰਾਜ ਦੇ ਦਰਸ਼ਨ ਕਰਕੇ ਸੰਗਤਾਂ ਆਪੋ ਆਪਣੇ ਘਰਾਂ ਨੂੰ ਮੁੜ ਗਈਆਂ ਹਨ ਜੀ। ਚਿਤ ਮਹਿ ਮੋਦ ਤੇ ਬਢਾਏ। ਮਨ ਵਿੱਚ ਸਿੱਖਾਂ ਸੰਗਤਾਂ ਦੇ ਬਹੁਤ ਆਨੰਦ ਖਾਲਸਾ ਜੀ ਵੱਧ ਰਿਹਾ ਹੈ। ਜੈ 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 ਜੈਕਾਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਸ੍ਰੀ ਹਰਕ੍ਰਿਸ਼ਨ ਧਿਆਈ ਆ ਜਿਸ ਡਿੱਠੇ ਸਭ ਦੁੱਖ ਜਾਏ। ਸੰਗਤਾਂ ਸਤਿਗੁਰਾਂ ਦੀ ਵਡਿਆਈ ਸੋਭਾ ਗਾਉਂਦੀਆਂ ਘਰਾਂ ਨੂੰ ਪਰਤ ਰਹੀਆਂ ਹਨ। ਐਸੀ ਸੋਭਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪ ਦੀਆਂ ਸਰਵਣ ਕੀਤੀ। ਪੰਜੋਖਰਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਇਤਿਹਾਸ ਚੱਲ ਰਿਹਾ ਹੈ। ਜਿਵੇਂ ਫਿਰ ਸਾਧ ਸੰਗਤ ਜੀ ਅਗਲੇ ਦੀ ਬਾਣ ਵਿੱਚ ਕੁਝ ਕਥਾ ਆਏਗੀ। ਲਾਲ ਚੰਦ ਨਾਮ ਦੇ ਬ੍ਰਾਹਮਣ ਨੇ ਮਹਾਰਾਜ ਇੱਥੇ ਇਕੱਠ ਹੋਇਆ ਵੇਖਿਆ। ਪੰਜੋਖਰਾ ਸਾਹਿਬ ਪੁੱਛਿਆ ਕਿਸੇ ਨੂੰ ਵੀ ਕੌਣ ਆਇਆ। ਉਹ ਸਿੱਖ ਕਹਿੰਦੇ ਜੀ ਇੱਥੇ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਏ ਹੈ। ਤਾੜੀ ਮਾਰ ਕੇ ਹੱਸਿਆ, ਕਹਿੰਦਾ ਲੈ 5 ਵਰ੍ਹਿਆਂ ਦੇ ਨਿਆਣੇ ਆ ਤੇ ਨਾਂ ਰਖਾਇਆ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਤੇ ਕ੍ਰਿਸ਼ਨ ਭਗਵਾਨ ਨੇ ਗੀਤਾ ਲਿਖੀ ਤੇ ਅਰਥ ਪੜਾਉਂਦੇ ਨਾ ਹੋਣ ਤੇ ਨਾਂ ਏਡਾ ਰਖਾਇਆ ਹੋਇਆ। ਉਹ ਫਿਰ ਸਿੱਖਾਂ ਨੂੰ ਗੁੱਸਾ ਲੱਗਾ ਮਹਾਰਾਜ ਦਾ ਇਸ ਐਸੀ ਜਦੋਂ ਇਹਨੇ ਨਿੰਦਾ ਦੇ ਬਚਨ ਕਹੇ। ਤੇ ਉਹ ਸਿੱਖ ਸਾਧ ਸੰਗਤ ਜੀ ਪ੍ਰੇਮ ਵਾਲੇ ਸਨਗੇ। ਉਹਨਾਂ ਨੇ ਆ ਕੇ ਫਿਰ ਬਾਲਾ ਪ੍ਰੀਤਮ ਨੂੰ ਦੱਸਿਆ ਵੀ ਮਹਾਰਾਜ ਵੀ ਇਹ ਵੇਖੋ ਵੀ ਐਂ ਆਖਿਆ ਬ੍ਰਾਹਮਣ ਨੇ। ਮਹਾਰਾਜ ਕਹਿੰਦੇ ਨੂੰ ਲੈ ਉਹਦਾ ਸ਼ੰਕਾ ਨਿਵਰਤ, ਕਾਹਨੂੰ ਰਹਿਣ ਦੇਣਾ ਸ਼ੰਕਾ ਉਹਦਾ। ਫਿਰ ਉਹ ਸਾਧ ਸੰਗਤ ਜੀ ਮਹਾਰਾਜ ਨੇ ਕਿਰਪਾ ਕੀਤੀ ਸੀ। ਮਹਾਰਾਜ ਕਹਿੰਦੇ ਜਿਹੜਾ ਮਰਜ਼ੀ ਫੜ ਕੇ ਲਿਆ, ਜੇ ਅਸੀਂ ਕੀਤੇ ਤੂੰ ਸ਼ੰਕਾ ਕਰੇਂਗਾ ਵੀ ਗੁਰੂ ਦੀ ਗੱਦੀ ਹੈ, ਕਰਾਮਾਤ ਨਾਲ ਅਰਥ ਕੀਤੇ ਹੈ। ਜਾਂ ਪੰਜੋਖਰਾ ਸਾਹਿਬ ਤੋਂ ਜਿਹੜਾ ਮਰਜ਼ੀ ਫੜ ਕੇ ਲਿਆ ਸੀ ਉਹ ਤੋਂ ਹੀ ਅਰਥ ਕਰਾ ਦਿਆਂਗੇ। ਬਾਹਮਣ ਚਲਾਕ ਹੁੰਦੇ ਇਹਨਾਂ ਨੇ। ਕੋਈ ਇੱਥੇ ਜਮਾਂਦਰੂ ਹੀ ਵਿਚਾਰਾ ਬੋਲਾ ਸੀ ਕੰਨਾਂ ਤੋਂ ਤੇ ਬੋਲਦਾ ਵੀ ਨਹੀਂ ਸੀ, ਜਮਾਂਦਰੂ ਹੀ ਸੀ ਵਿਚਾਰਾ। ਉਹਨੂੰ ਲੈ ਆਇਆ ਵੀ ਆਪੇ ਨੂੰ ਥੋੜ੍ਹਾ ਬੁਲਾਉਣਗੇ। ਫਿਰ ਮਹਾਰਾਜ ਨੇ ਜੋ ਕਿਰਪਾ ਕੀਤੀ ਸੀ ਬਾਲਾ ਪ੍ਰੀਤਮ ਨੇ ਸਾਧ ਸੰਗਤ ਜੀ ਗੂੰਗੇ ਤੋਂ ਅਰਥ ਕਰਾਏ ਸਨ ਗੀਤਾ ਦੇ। ਉਹ ਪੰਜੋਖਰਾ ਸਾਹਿਬ ਦਾ ਬਹੁਤ ਮਹਾਨ ਇਤਿਹਾਸ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਦੀ ਸਭ ਤੋਂ ਸਿਰਮੌਰ ਘਟਨਾ ਹੈ। ਉਹਦਾ ਪ੍ਰਸੰਗ ਕੱਲ੍ਹ ਦੇ ਦੀ ਬਾਣ ਵਿੱਚ ਸ਼ਰਵਣ ਕਰੀਏ। ਇੱਥੇ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ। ਦਰਸ਼ਨ ਦੇ ਘਨ ਭੇਟ ਲੇ। ਬਾਛਤ ਸਿਖਿਆ ਨ ਪਾਏ। ਭਈ ਬਿਦਾ ਸੰਗਤ ਤਹਾਂ। ਚਿਤ ਮਹਿ ਮੋਦ ਬਢਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।